गुरु रूप प्यारे साध संगत जे सज जाओ प्रेम नाल अमृतमय गुरबाणे दे लड़ीवार कथा सरवण करो जे। सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। चक्र चिन्ह अर बरन जात अर पात नहिन जिह रूप रंग अर रेख पेख को कह न सकत किह। अचल मूरत अनभव प्रकाश अमितोज कह जय। कोटि इंद्र इंद्राणे साहि सहाण गणिजय। त्रिभुवन महीप सुर नर असुर नेत नेत बन तृण कहत। त्वै सर्ब नाम कथ कवन कर्म नाम वर्णत सुमत। निर्जुर निरूप हो के सुंदर स्वरूप हो। के पूपन के पूप हो के दाता महादान हो। प्राण के बचैया दूध पूत के दिवैया। रोग सोग के मिटैया के दवमानी महामान हो। विद्या के विचार हो के अद्वै अवतार हो। के सिद्धता की सूरत हो के शुद्धता की शान हो। जोबन के जाल हो के काल हूँ के काल हो। के सत्रन के सूल हो के मित्रन के प्राण हो। बाणी गुरु गुरु है बाणी विच बाणी अमृत सारी। गुरबाणी कह सेवक जन मानै परतख गुरु निस्तारे।
ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ RAM। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ RAM। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕਾ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਾਧ ਸੰਗ ਤਾਂ ਕੀ ਸਰਨੀ ਪਰਹੋ ਮਨ ਤਨ ਆਪਣਾ ਆਗੈ ਤਰਹੋ। ਸਾਧ ਸੰਗ ਤਾਂ ਕੀ ਸਰਨੀ ਪਰਹੋ ਮਨ ਤਨ ਆਪਣਾ ਆਗੈ ਤਰਹੋ। ਅੰਮ੍ਰਿਤ ਨਾਮ ਪੀਵਹੁ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ। ਰਹਾ ਤਜ ਅਭਿਮਾਨ ਜਨਮ ਮਰਨ ਨਿਵਾਰਹੁ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਸਾਸ ਸਾਸ ਪ੍ਰਭ ਮਨ ਹੈ ਸੰਭਾਲੇ ਸੋ ਤਨ ਸੰਚਹੁ ਜੋ ਚਾਲੈ ਨਾਲੇ। ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ ਕਹੂ ਨਾਨਕ ਤਾਂ ਕੀ ਚਰਣੀ ਲਾਗ। ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ ਕਹੂ ਨਾਨਕ ਤਾਂ ਕੀ ਚਰਣੀ ਲਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਚੋਜੀ ਪ੍ਰੀਤਮ ਪੰਥ ਕੇ ਵਾਲੀ ਅੰਮ੍ਰਿਤ ਕੇ ਦਾਤੇ ਗੁਰੂ ਗਰੀਬ ਨਿਵਾਜ ਸਰਬੰਸ ਦਾਨੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਪਰਮ ਕਿਰਪਾਲੂ ਜੀ ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸੱਚਖੰਡ ਤਖਤ ਅਸਥਾਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਵਰੂਪ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਿਆਂ ਦੀ ਪਾਕ ਮੁਕੱਦਸ ਗੋਦ ਦੀ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਗੋਦ ਦੀ ਹਾਜ਼ਰੀ ਬਖਸ਼ ਕਰਕੇ ਕਿਰਤਾਰਥ ਕਰ ਰਹੇ ਨੇ।
ਵਡਭਾਗੀ ਜਨਾਂ ਨੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦੁਆਰਾ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਆਤਮਿਕ ਲਾਹੇ ਪ੍ਰਾਪਤ ਕਰਨੇ ਦਾ ਯਤਨ ਕੀਤਾ ਹੈ। ਹੁਣ ਵਕਤ ਹੈ ਸਤਿਗੁਰੂ ਜੀ ਦੇ ਪਾਵਨ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸ਼ਰਵਣ ਕਰਨੇ ਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਫਰਮਾਨ ਨੇ ਨਾ, ਸਫਲ ਜਨਮ ਹਰ ਜਨ ਕਾ ਉਪਜਿਓ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਵਾਹਿਗੁਰੂ ਜੀ ਦੇ ਪਿਆਰਿਆਂ ਦਾ, ਸੰਤਾਂ ਦਾ, ਭਗਤਾਂ ਦਾ, ਮਹਾਂਪੁਰਖਾਂ ਦਾ, ਬ੍ਰਹਮ ਗਿਆਨੀਆਂ ਦਾ ਜਿਹੜਾ ਜਨਮ ਹੈ ਨਾ, ਉਹ ਦੁਨੀਆ ਦੇ ਉੱਪਰ ਪ੍ਰਾਪਤ ਕਰਨਾ, ਦੁਨੀਆ ਉੱਪਰ ਆ ਕਰਕੇ ਜਨਮ ਲੈਣਾ ਸਫਲਾ ਹੈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਪ੍ਰਮਾਤਮਾ ਜੀ ਨੂੰ ਵੀ ਸਪੁੱਤਰਾਂ ਵਾਲੇ ਕਰ ਦਿੱਤਾ। ਵਾਹਿਗੁਰੂ ਜੀ ਮਾਤਾ ਪਿਤਾ ਸਵਰੂਪ ਨੇ, ਸੰਤ ਜਨ, ਭਗਤ ਜਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਪੁੱਤਰ ਰੂਪ ਨੇ। ਐਸੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਜਿਹੜੀ ਉਸਤਤ ਕਰਨੀ ਹੈ, ਮੂਲ ਰੂਪ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਉਸਤਤ ਹੈ। ਜਿਵੇਂ ਕਿਸੇ ਦੇ ਸਪੁੱਤਰ ਨੂੰ ਆਖਿਆ ਜਾਵੇ ਨਾਮ ਲੈ ਕੇ ਕਿ ਫਲਾਣੇ ਦਾ ਸਪੁੱਤਰ ਬੜਾ ਆਗਿਆਕਾਰੀ ਹੈ, ਬੜਾ ਹੋਣਹਾਰ ਹੈ, ਵਡਿਆਈ ਤੇ ਪੁੱਤਰ ਦੀ ਕੀਤੀ ਪਰ ਪਿਤਾ ਦਾ ਨਾਮ ਆਪਣੇ ਆਪ ਹੀ ਆ ਗਿਆ ਜਦੋਂ ਕਿਹਾ ਜੀ ਫਲਾਣੇ ਦਾ ਸਪੁੱਤਰ ਹੋਣਹਾਰ ਹੈ। ਇਸੇ ਪ੍ਰਕਾਰ ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰਿਆਂ ਦੀ, ਸੰਤਾਂ ਦੀ, ਭਗਤਾਂ ਦੀ ਵਡਿਆਈ ਕੀਤੀ ਜਾਂਦੀ ਏ ਤਾਂ ਵਾਹਿਗੁਰੂ ਜੀ ਦਾ ਨਾਮ ਸੁਤੇਸੇ ਦੀ ਆ ਜਾਂਦਾ ਹੈ, ਕਿਉਂਕਿ ਵਾਹਿਗੁਰੂ ਜੀ ਮਾਤਾ ਪਿਤਾ ਸਵਰੂਪ ਨੇ। ਗੁਰਦੇਵ ਵੀ ਫਰਮਾਵਣਾ ਕਰਦੇ ਨੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਜੋ ਪ੍ਰਮਾਤਮਾ ਜੀ ਦੇ ਪਿਆਰਿਆਂ ਦੀ, ਸੰਤਾਂ ਭਗਤਾਂ ਦੀ ਉਸਤਤੀ ਹੈ ਨਾ, ਵਡਿਆਈ ਸਿਫਤ ਸਲਾਹ ਹੈ, ਅਸਲ ਦੇ ਵਿੱਚ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਵਡਿਆਈ ਹੈ। ਹਰੀ ਪ੍ਰਮਾਤਮਾ ਜੀ ਨੂੰ ਸੰਤਾਂ ਭਗਤਾਂ ਦੁਆਰਾ ਕੀਤੀ ਹੋਈ ਆਪਣੀ ਵਡਿਆਈ, ਭਾਵ ਜੋ ਸੰਤਾਂ ਭਗਤਾਂ ਦੀ ਉਸਤਤ ਕਰਨੀ ਹੈ, ਸੰਤ ਜਨਾਂ ਦੀ, ਭਗਤ ਜਨਾਂ ਦੀ ਉਸਤਤ ਰੂਪੀ ਵਡਿਆਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੀ ਵਡਿਆਈ ਹੋ ਕਰਕੇ ਬੜੀ ਪਾਉਂਦੀ ਹੈ। ਤੇ ਜਿਹੜੇ ਵਾਹਿਗੁਰੂ ਜੀ ਦੀ ਵਡਿਆਈ ਤੇ ਇਸ ਦੇ ਪਿਆਰਿਆਂ ਦੀ ਵਡਿਆਈ ਕਰਦੇ ਨੇ ਨਾ, ਗਰੀਬ ਨਿਵਾਜ ਜੀ, ਤਿੰਨਾਂ ਦਾ ਵੀ ਸੰਸਾਰ ਦੇ ਅੰਦਰ ਜੈ ਜੈਕਾਰ ਕਰਵਾ ਦਿੰਦੇ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਮੁਬਾਰਕ ਬਚਨ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੂਜਿਆ ਹੈ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਜੀ ਨੇ ਉਹਨਾਂ ਦੀ ਦੁਨੀਆ ਦੇ ਅੰਦਰ ਪੂਜਾ ਕਰਵਾ ਦਿੱਤੀ, ਸਨਮਾਨ ਕਰਵਾ ਦਿੱਤਾ, ਸਤਿਕਾਰ ਕਰਵਾ ਦਿੱਤਾ। ਐਸੇ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਦੀ ਸਪੁੱਤਰ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਅੱਜ ਤਿੰਨਾਂ ਦੀ ਸਾਧ ਸੰਗਤ ਜੀ ਬਰਸੀ ਦਾ ਦਿਹਾੜਾ ਹੈ। ਜਿਨ੍ਹਾਂ ਦਾ ਜਨਮ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੰਦਗੀ ਵਾਸਤੇ ਹੋਇਆ ਹੈ। ਮਨ, ਬਾਣੀ, ਸਰੀਰ ਕਰਕੇ ਕੇਵਲ ਤਾਂ ਕੇਵਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਤੇ ਸਤਿਗੁਰੂ ਜੀ ਦੀ ਬੰਦਗੀ ਨੂੰ ਸਮਰਪਿਤ ਨੇ। ਜਿਨ੍ਹਾਂ ਨੇ ਦੁਨੀਆ ਦੇ ਅੰਦਰ ਆ ਕਰਕੇ, ਰਹਿ ਕਰਕੇ ਬੰਦਗੀ ਕੀਤੀ ਹੈ ਤੇ ਕਰਵਾਈ ਹੈ, ਨਿਰਵਿਕਾਰ ਜਿਨ੍ਹਾਂ ਦਾ ਜੀਵਨ ਹੈ, ਬੜਾ ਉੱਚਾ ਸੁੱਚਾ ਅਖਲਾਕ ਹੈ। ਜਨਮ ਵੇਲੇ ਤੋਂ, ਬਚਪਨ ਅਵਸਥਾ ਤੋਂ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨਾਂ ਦਾ ਐਸਾ ਪਿਆਰ ਜੈਸਾ ਦੁਨੀਆ ਦੇ ਅੰਦਰ ਕਿਧਰੇ ਤੱਕਿਆ ਵੀ ਨਹੀਂ ਜਾਂਦਾ। ਸਾਧ ਸੰਗਤ ਜੀ, ਬਾਬਾ ਨੰਦ ਸਿੰਘ ਜੀ ਦੀ ਸਰੀਰ ਕਰਕੇ ਅਜੇ 4 ਕੁ ਸਾਲਾਂ ਦੀ ਅਵਸਥਾ ਸੀ। ਅੱਧੀ ਕੁ ਰਾਤ ਦਾ ਸਮਾਂ ਹੋਇਆ, ਬਾਬਾ ਜੀ ਦੇ ਮਾਤਾ ਜੀ ਜਾਗੇ ਨੇ, ਦੇਖਣਾ ਕੀਤਾ ਹੈ ਸਪੁੱਤਰ ਬਿਸਤਰੇ ਦੇ ਉੱਪਰ ਬਿਰਾਜਿਆ ਹੋਇਆ ਨਹੀਂ, ਕਿੱਥੇ ਗਿਆ। ਝੱਟ ਆਪਣੇ ਬੈੱਡ ਦੇ ਉੱਪਰ ਦੇਖਿਆ, ਦੂਸਰੇ ਕਮਰੇ ਵਿੱਚ ਦੇਖਿਆ, ਸਾਰੇ ਘਰ ਦੇ ਵਿੱਚ ਦੇਖਿਆ, ਪਰ ਬਾਬਾ ਨੰਦ ਸਿੰਘ ਜੀ 4 ਕੁ ਸਾਲਾਂ ਦੀ ਅਵਸਥਾ ਹੈ, ਅੱਧੀ ਰਾਤ ਦਾ ਸਮਾਂ ਤੇ ਘਰ ਦੇ ਵਿੱਚ ਮੌਜੂਦ ਹੀ ਨਹੀਂ। ਮਾਤਾ ਪਿਤਾ ਨੂੰ ਇਸ ਵੇਲੇ ਬੜੀ ਪਰੇਸ਼ਾਨੀ ਹੋਈ।
ਹੱਥਾਂ ਪੈਰਾਂ ਦੀ ਪੈ ਗਈ। 4 ਸਾਲ ਦਾ ਬਾਲਕ ਰਾਤੀ ਸਾਡੇ ਨਾਲ ਸੁੱਤਾ ਸੀ, ਅੱਧੀ ਰਾਤ ਬਿਸਤਰੇ ਤੇ ਨਹੀਂ ਗਿਆ ਕਿੱਥੇ। ਲਾਗੇ ਚਾਗੇ ਆਂਡੀਆਂ ਗੁਆਂਢੀਆਂ ਦੇ ਘਰਾਂ ਵਿੱਚ ਦੇਖਿਆ, ਪਿੰਡ ਵਿੱਚ ਲੱਭਣਾ ਸ਼ੁਰੂ ਕੀਤਾ। ਪਿੰਡ ਦੇ ਪਤਵੰਤੇ ਸੱਜਣ ਇਤਿਆਦਿਕ ਆਏ ਨੇ। ਸਾਰਿਆਂ ਨੇ ਜਦੋਂ ਲੱਭਣਾ ਕੀਤਾ ਨਾ, ਤੇ ਸਾਧ ਸੰਗਤ ਜੀ ਬਾਹਰ ਜਿੱਥੇ ਖੂਹ ਸੀ, ਤਾਂ ਖੂਹ ਦਾ ਜਦੋਂ ਹਲਟ ਚੱਲਦਾ, ਟਿੰਡਾਂ ਚੱਲਦੀਆਂ, ਤੇ ਟਿੰਡਾਂ ਦੇ ਨਾਲ ਜਿੱਥੇ ਪਾਣੀ ਪੈਂਦਾ, ਉਸ ਮਾਉਣ ਦੇ ਉੱਪਰ ਬਾਬਾ ਆਨੰਦ ਸਿੰਘ ਜੀ ਚੌਂਕੜਾ ਮਾਰ ਕੇ ਬੈਠੇ, ਤੇ ਅਵਸਥਾ 4 ਸਾਲ ਦੀ ਹੈ। ਨੇਤਰ ਬੰਦ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਯਾਦ ਦੇ ਵਿੱਚ, ਧਿਆਨ ਦੇ ਵਿੱਚ ਸੁਰਤ ਇਕਾਗਰ ਕਰਕੇ ਚੌਂਕੜਾ ਮਾਰ ਕੇ ਬੈਠੇ ਨੇ। ਜਿਸ ਵੇਲੇ ਆਪ ਜੀ ਦੇ ਸਨਮਾਨਯੋਗ ਮਾਤਾ ਜੀ ਨੇ ਦੇਖਿਆ ਨਾ, ਤੇ ਦੌੜ ਕਰਕੇ ਉੱਥੋਂ ਚੁੱਕ ਲਿਆ, ਆਪਣੀ ਛਾਤੀ ਦੇ ਨਾਲ ਘੁੱਟ ਕੇ ਲਾ ਲਿਆ, ਤੇ ਬਚਨ ਕਰਨਾ ਕੀਤਾ, ਆਨੰਦ ਸਿੰਘ ਸਪੁੱਤਰ, ਜੇ ਭਗਤੀ ਹੀ ਕਰਨੀ ਸੀ ਤੇ ਘਰ ਬੈਠ ਕੇ ਵੀ ਤੇ ਕਰ ਸਕਦੇ ਸੀ, ਚੰਗੀ ਜਗ੍ਹਾ ਤੇ ਵੀ ਬੈਠ ਕੇ ਵੀ ਤੇ ਭਗਤੀ ਕਰ ਸਕਦੇ ਸੀ। ਕਿਹੜਾ ਸਥਾਨ ਤੁਸਾਂ ਚੁਣ ਲਿਆ? ਜੇ ਜਰਾ ਜਿੰਨੀ ਨੀਂਦ ਆ ਜਾਵੇ, ਜਰਾ ਜਿੰਨੀ ਝਪਕੀ ਲੱਗ ਜਾਵੇ ਨਾ, ਤੇ ਤੁਸਾਂ ਸਿੱਧਾ ਖੂਹ ਵਿੱਚ ਡਿੱਗ ਪੈਣਾ ਸੀ। ਤੇ ਬਾਬਾ ਆਨੰਦ ਸਿੰਘ ਜੀ ਨੇ ਫਿਰ ਬੜੇ ਪਿਆਰ ਦੇ ਨਾਲ ਬਚਨ ਕਰਨਾ ਕੀਤਾ, ਮਾਤਾ ਜੀ ਤਾਂ ਹੀ ਤੇ ਇਸ ਅਸਥਾਨ ਤੇ ਬੈਠੇ ਆ। ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੰਦਗੀ ਕਰਦਿਆਂ ਨੀਂਦ ਆ ਜਾਵੇ, ਝਪਕੀਆਂ ਹੀ ਲੱਗਣੀਆਂ ਨੇ ਨਾ, ਤੇ ਫਿਰ ਐਸੀ ਜ਼ਿੰਦਗੀ ਦੇ ਨਾਲੋਂ ਖੂਹ ਵਿੱਚ ਡੁੱਬ ਕੇ ਮਰ ਜਾਣਾ ਚੰਗਾ ਹੈ। ਤਾਂ ਖੂਹ ਦੇ ਉੱਪਰ ਆ ਕਰਕੇ ਬੈਠੇ ਸਾਂ। ਐਸਾ ਪਿਆਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੰਦਗੀ ਦਾ ਕੇਵਲ ਤਾਂ ਕੇਵਲ 4 ਕੁ ਸਾਲਾਂ ਦੀ ਅਵਸਥਾ ਦੇ ਵਿੱਚ ਹੀ। ਸਾਰੀ ਜ਼ਿੰਦਗੀ ਆਪ ਜੀ ਨੇ ਬੇਅੰਤ ਘਾਲੀ ਸਿਮਰਨ ਕੀਤਾ। ਜੰਗਲ ਦੇ ਵਿੱਚ ਚਲੇ ਜਾਣਾ ਤੇ ਇਕਾਂਤ ਵਿੱਚ ਸਿਮਰਨ ਭਜਨ ਕਰਨਾ। ਤੇ ਜਦੋਂ ਆਪ ਜੀ ਦਾ ਤੇਜ ਪ੍ਰਤਾਪ ਵਧਿਆ ਹੈ, ਸੰਗਤਾਂ ਗੁਰਸਿੱਖ ਮਾਈ ਭਾਈ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਆ ਕਰਕੇ ਬਚਨ ਬਿਲਾਸ ਕਰਦੇ ਨੇ। ਹੁਣ ਜਦੋਂ ਬਚਨ ਕੀਤੇ ਜਾਣਗੇ ਤੇ ਉਤਨਾ ਸਮਾਂ ਬੰਦਗੀ ਵਿੱਚ ਵਿਘਨ ਪਵੇਗਾ ਨਾ, ਫਰਕ ਪੈ ਜਾਵੇਗਾ। ਐਸੀ ਕਲਾ ਵਰਤਦੀ ਏ। ਆਪ ਜੀ ਜੰਗਲ ਵਿੱਚ ਚੌਂਕੜਾ ਮਾਰ ਕੇ ਸਿਮਰਨ ਕਰਨ ਬੈਠ ਜਾਂਦੇ ਨੇ, ਤੇ ਜਿਹੜਾ ਕੋਈ ਦਰਸ਼ਨ ਕਰਨ ਵਾਸਤੇ ਜਾਂਦਾ ਨਾ, ਮਿਲਣ ਵਾਸਤੇ ਜਾਂਦਾ, ਕੋਈ ਬਚਨ ਲੈਣ ਵਾਸਤੇ, ਉਹਨਾਂ ਨੂੰ ਇਵੇਂ ਪ੍ਰਤੀਤ ਹੁੰਦਾ ਜਿਵੇਂ ਬਹੁਤ ਵੱਡੀ ਅਸਰਾਲ ਅਥਵਾ ਅਜਗਰ ਅੱਗੇ ਬੈਠਾ ਹੈ, ਜਿਹੜਾ ਲੰਘਣ ਦਾ ਰਸਤਾ ਹੀ ਨਹੀਂ ਦਿੰਦਾ। ਕਈਆਂ ਨੂੰ ਵੱਡਾ ਭਾਰੀ ਬੱਬਰ ਸ਼ੇਰ, ਕਿਹੜੀ ਸ਼ੇਰ ਪਹਿਰੇ ਤੇ ਬੈਠਾ ਦਿਸਣਾ। ਜਿਹੜਾ ਸ਼ੇਰ ਹੈ ਉਹ ਪਹਿਰੇ ਤੇ ਬੈਠਾ ਹੋਇਆ, ਤੇ ਬਾਬਾ ਜੀ ਬੰਦਗੀ ਕਰ ਰਹੇ ਨੇ, ਸਿਮਰਨ ਕਰ ਰਹੇ ਨੇ। ਐਸੇ ਕੌਤਕ ਵਰਤ ਨੇ। ਬੇਅੰਤ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਜਾਣ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬੰਦਗੀ ਕੀਤੀ। ਹਿਰਦੇ ਦੇ ਵਿੱਚ ਦ੍ਰਿੜ ਭਾਵਨਾ ਰੱਖੀ ਤੇ ਸੰਸਾਰ ਨੂੰ ਦਿਖਾਵਣਾ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੀ ਨਿਰੰਕਾਰ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਦਰ ਤੇ ਨਿਰੰਕਾਰ ਜੀ ਦੇ ਅੰਦਰ ਕੋਈ ਭੇਦ ਨਹੀਂ। ਇਤਨੀ ਜ਼ਿਆਦਾ ਬੰਦਗੀ, ਇਤਨਾ ਜ਼ਿਆਦਾ ਪਿਆਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਥਾਏ। ਆਪ ਜੀ ਨੇ ਹੱਥੀਂ ਪ੍ਰਸ਼ਾਦਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਸਤੇ ਤਿਆਰ ਕਰਨਾ, ਤੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਕੇ ਪ੍ਰਸ਼ਾਦਾ ਛਕਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਵੇਂ ਪ੍ਰਗਟ ਹੋਏ ਜਿਵੇਂ ਪਾਠੀ ਸਿੰਘ ਤਾਬਿਆ ਬੈਠਾ ਹੁੰਦਾ ਤੇ ਸ੍ਰੀ ਮੁਖਵਾਕ ਲੈਣ ਤੇ ਸੀਸ ਝੁਕਾਉਂਦਾ ਨਾ, ਐਵੇਂ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਚੁੱਕਿਆ ਤੇ ਤਾਬਿਆ ਪ੍ਰਗਟ ਹੋ ਗਏ। ਆਪ ਜੀ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਭੋਜਨ ਛਕਿਆ, ਪ੍ਰਸ਼ਾਦਾ ਛਕਿਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਆਪਣਾ ਸੀਸ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰੱਖਿਆ, ਤੇ ਫਿਰ ਸ਼ਬਦ ਰੂਪ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਅਭੇਦ ਹੋ ਗਏ। ਐਸੇ ਕੌਤਕ ਬੇਅੰਤ ਵਾਰ ਵਾਪਰੇ। ਨਿਤਾ ਪ੍ਰਤੀ ਆਪ ਜੀ ਦਾ ਨੇਮ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੋਜਨ ਛਕਾਉਣਾ। ਇੱਕ ਵਾਰ ਸਾਧ ਸੰਗਤ ਜੀ, ਇੱਕ ਕਵੀ ਆਇਆ ਹੈ ਤੇ ਕਹਿਣ ਲੱਗਾ ਬਾਬਾ ਜੀ ਨੂੰ ਬੇਨਤੀ ਕਰਕੇ, ਜੀ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਲਿਖਿਆ ਹੈ, ਸਾਖੀਆਂ ਲਿਖੀਆਂ ਨੇ, ਮੇਰਾ ਚਿੱਤ ਕਰਦਾ ਆਪ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਸਰਵਣ ਕਰਾਵਾਂ। ਤੇ ਬਾਬਾ ਜੀ ਕਹਿਣ ਲੱਗੇ, ਪਿਆਰਿਆ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਏ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਤੂੰ ਸਾਨੂੰ ਸਰਵਣ ਕਰਾਵੇ, ਇਸ ਤੋਂ ਵੱਡੀ ਭੇਟਾ ਕੀ ਹੋ ਸਕਦੀ ਹੈ? ਕੀ ਤੋਹਫਾ ਇਸ ਤੋਂ ਅਮੁੱਲਕ ਹੋ ਸਕਦਾ ਹੈ? ਦੁਨੀਆ ਵਿੱਚ ਇਸ ਤੋਂ ਅਮੁੱਲਕ ਚੀਜ਼ ਹੀ ਕੋਈ ਨਹੀਂ। ਉਸ ਲਿਖਾਰੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਸੁਣਾਉਣਾ ਪ੍ਰਾਰੰਭ ਕੀਤਾ, ਤੇ ਸਾਖੀ ਸਰਵਣ ਕਰਾਉਂਦਿਆਂ ਜਦੋਂ ਇਸ ਥਾਂ ਤੇ ਪੁੱਜਾ ਨਾ,
ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁੱਤੇ ਤੇ ਸੱਪ ਨੇ ਛਾਂ ਕੀਤੀ। ਜਿਸ ਵੇਲੇ ਇਹ ਬਚਨ ਸੁਣਾਇਆ ਤੇ ਬਾਬਾ ਆਨੰਦ ਸਿੰਘ ਜੀ ਨੇ ਹੱਥ ਖੜਾ ਕਰਕੇ ਉਂਗਲ ਦੇ ਇਸ਼ਾਰੇ ਨਾਲ ਰੋਕ ਦਿੱਤਾ, ਨਾ ਭਾਈ ਇਹ ਨਾ ਕਹਿ ਗੁਰੂ ਨਾਨਕ ਜੀ ਸੁੱਤੇ। ਭੂਲੀ ਮਾਲਨੀ ਹੈ ਇਉ, ਸਤਿਗੁਰ ਜਾਗਤਾ ਹੈ ਦਿਓ। ਸਤਿਗੁਰੂ ਜੀ ਸਦਾ ਹੀ ਜਾਗਦੇ ਨੇ, ਸਤਿਗੁਰੂ ਜੀ ਸੌਂਦੇ ਨਹੀਂ। ਤੇ ਲਿਖਾਰੀ ਕਹਿਣ ਲੱਗਾ, ਮਹਾਰਾਜ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਆ, ਗੁਰੂ ਨਾਨਕ ਦੇਵ ਸਾਹਿਬ ਜੀ ਸੁੱਤੇ ਤੇ ਸੱਪ ਨੇ ਛਾਂ ਕੀਤੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੂਸਰੀ ਵਾਰ ਵੀ ਵਰਜਿਆ। ਜਦੋਂ ਤੀਸਰੀ ਵਾਰ ਵੀ ਲਿਖਾਰੀ ਨੇ ਇਹੋ ਗੱਲ ਕਹੀ ਨਾ, ਤੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਭਲਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਨਿਮਖ ਮਾਤਰ ਵਾਸਤੇ ਵੀ ਸੌਂਦੇ ਨਹੀਂ। ਜਦੋਂ ਸਾਨੂੰ ਪ੍ਰਤੀਤ ਹੁੰਦਾ ਜਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਆ ਗੁਰੂ ਸਾਹਿਬ ਜੀ ਵਿਰਾਜੇ, ਅਸਲ ਦੇ ਵਿੱਚ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਹਦੇ ਕਿਹਦੇ ਬੇੜੇ ਤਾਰ ਰਹੇ ਹੁੰਦੇ ਨੇ। ਸਤਿਗੁਰੂ ਜੀ ਸੌਂਦੇ ਨਹੀਂ। ਤੇ ਜਿਸ ਦਿਨ ਇੱਕ ਨਿਮਖ ਮਾਤਰ ਵਾਸਤੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੌਂ ਗਏ ਨਾ, ਫਿਰ ਸੱਚ ਕਰਕੇ ਜਾਣੀ ਦੁਨੀਆ ਤੇ ਮਹਾਪਰਲੋ ਆ ਜਾਵੇਗੀ, ਬਾਕੀ ਬਚੇਗਾ ਕੁਛ ਨਹੀਂ। ਜਿਸ ਦਿਨ ਸਤਿਗੁਰੂ ਜੀ ਸੌਂ ਗਏ, ਸਤਿਗੁਰੂ ਜੀ ਕਦੇ ਵੀ ਨਹੀਂ ਸੌਂਦੇ। ਭੂਲੀ ਮਾਲਨੀ ਹੈ ਇਉ, ਸਤਿਗੁਰ ਜਾਗਤਾ ਹੈ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਤਨਾ ਸਤਿਕਾਰ ਕਰਿਆ ਕਰਦੇ। ਪਲੰਗੇ ਦੇ ਉੱਪਰ ਪਲੰਗਾ ਲਾ ਕਰਕੇ ਉੱਚਾ ਪ੍ਰਕਾਸ਼, ਸਭ ਤੋਂ ਉੱਚੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਕਰਦੇ। ਫਿਰ ਸਤਿਗੁਰੂ ਸਾਹਿਬ ਜੀ ਤੋਂ ਨੀਵਾਂ ਆਸਨ ਗ੍ਰੰਥੀ ਸਿੰਘ ਦਾ, ਫਿਰ ਗ੍ਰੰਥੀ ਸਿੰਘ ਤੋਂ ਨੀਵਾਂ ਆਸਨ ਰਾਗੀ ਸਿੰਘਾਂ ਦਾ, ਫਿਰ ਸੰਗਤ ਦੀ ਵਿਛਾਈ। ਤੇ ਆਪ ਜਦੋਂ ਸੰਗਤ ਵਿੱਚ ਬੈਠਣਾ ਨਾ, ਤੇ ਹਮੇਸ਼ਾ ਟੋਆ ਪੁੱਟ ਕੇ ਤੇ ਟੋਏ ਵਿੱਚ ਬੈਠਣਾ। ਕਹਿਣਾ ਅਜੇ ਮੈਂ ਇਸ ਯੋਗ ਨਹੀਂ ਹੋਇਆ ਕਿ ਸੰਗਤ ਦੇ ਬਰਾਬਰ ਬੈਠ ਸਕਾਂ। ਸਤਿਗੁਰੂ ਜੀ ਦੀ ਸੰਗਤ ਵੱਡੀ ਆ, ਅਸੀਂ ਨੀਵੇਂ ਹਾਂ। ਇਸ ਪ੍ਰਕਾਰ ਬਚਨ ਕਰਕੇ ਸਦਾ ਟੋਆ ਪੁੱਟ ਕਰਕੇ ਬੈਠਣਾ। ਤੇ ਜਦੋਂ ਗੁਰਸਿੱਖੀ ਦਾ ਪ੍ਰਚਾਰ ਆਪ ਜੀ ਵਿਚਰ ਕੇ ਕਰਿਆ ਕਰਦੇ ਨਾ, ਤੇ ਸਾਧ ਸੰਗਤ ਜੀ ਕਿਸੇ ਦੇ ਘਰ ਵਿੱਚ ਆਸਣ ਨਹੀਂ ਸਨ ਰੱਖਿਆ ਕਰਦੇ। ਨਗਰ ਤੋਂ ਬਾਹਰ ਝੁੱਗੀ ਬਣਾ ਕਰਕੇ, ਕੱਖਾਂ ਦੀ ਕੁੱਲੀ ਬਣਾ ਕਰਕੇ ਉਸ ਦੇ ਵਿੱਚ ਆਪਣਾ ਆਸਣ ਰੱਖਣਾ। ਤੇ ਜਦੋਂ ਜਿਤਨਾ ਸਮਾਂ ਆਪ ਜੀ ਨੇ ਪ੍ਰਚਾਰ ਕਰਨਾ, ਫਿਰ ਚਾਲੇ ਪਾਉਣੇ ਹੁੰਦੇ ਨਾ, ਤੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਅੱਧੀ ਰਾਤ ਨੂੰ ਨਗਰ ਦੇ ਵਿੱਚੋਂ ਆਪਣੀ ਕੁੱਲੀ ਨੂੰ ਅੱਗ ਲਾ ਕੇ ਤੇ ਚਲਿਆ ਜਾਇਆ ਕਰਦੇ। ਕੁੱਲੀ ਵੀ ਆਪਣੀ ਝੁੱਗੀ ਵੀ ਛੱਡ ਕੇ ਨਹੀਂ ਸਨ ਜਾਇਆ ਕਰਦੇ ਕਿ ਭੋਲਿਆਂ ਭਾਲਿਆਂ ਗੁਰਸਿੱਖਾਂ ਨੇ, ਸੰਗਤਾਂ ਨੇ ਝੁੱਗੀ ਨੂੰ ਹੀ ਮੱਥਾ ਟੇਕੀ ਜਾਣਾ, ਇਸੇ ਦੀ ਪੂਜਾ ਕਰੀ ਜਾਣੀ ਹੈ। ਲੋਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਰਕੇ ਝੁੱਗੀ ਇਤਿਆਦਿਕ ਦੀ ਪੂਜਾ ਵਿੱਚ ਨਾ ਲੱਗ ਜਾਣ। ਝੁੱਗੀ ਨੂੰ ਵੀ ਅੱਗ ਲਾ ਕਰਕੇ ਇਵੇਂ ਸਾੜ ਕੇ ਚਲੇ ਜਾਣਾ। ਨਿਰਮਲ ਜੀਵਨ, ਨਿਰਛਲ ਜੀਵਨ। ਇੱਕ ਵਾਰ ਕੁਝ ਗੁਰਮੁਖ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਲੈ ਕੇ ਆ ਰਹੇ ਨੇ, ਤੇ ਅੱਗੇ ਅੱਗੇ ਨਾ ਜਲ ਦਾ ਛਿੜਕਾਅ ਨਹੀਂ ਕਰ ਰਹੇ, ਬਿਨਾਂ ਜਲ ਤੋਂ ਸਵਰੂਪ ਲੈ ਕਰਕੇ ਮਹਾਰਾਜ ਸਾਹਿਬ ਜੀ ਦਾ ਆ ਰਹੇ ਨੇ। ਜਿਸ ਵੇਲੇ ਬਾਬਾ ਆਨੰਦ ਸਿੰਘ ਸਾਹਿਬ ਜੀ ਨੇ ਇਹ ਦ੍ਰਿਸ਼ ਦੇਖਿਆ ਨਾ, ਇਸ ਨੂੰ ਨਿਰਾਦਰ ਜਾਣਿਆ, ਸਤਿਗੁਰੂ ਜੀ ਦੇ ਸਤਿਕਾਰ ਵਿੱਚ ਫਰਕ ਜਾਣਿਆ, ਤੇ ਝੱਲ ਨਾ ਸਕੇ। ਉਸੇ ਵੇਲੇ ਆਪਣੇ ਸੀਸ ਤੋਂ ਦਸਤਾਰ ਉਤਾਰੀ ਤੇ ਅੱਗੇ ਦਸਤਾਰ ਵਿਛਾ ਦਿੱਤੀ। ਕਹਿਣ ਲੱਗੇ, ਭਲਿਓ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਨੇ, ਤੁਸੀਂ ਬਿਨਾਂ ਜਲ ਦਾ ਛਿੜਕਾਅ ਕੀਤੇ ਤੋਂ ਕਿਵੇਂ ਸਵਰੂਪ ਲਿਜਾ ਰਹੇ ਹੋ? ਛੋਟੀ ਕੇਸਕੀ ਮਹਾਂਪੁਰਖਾਂ ਨੇ ਆਪਣੇ ਸੀਸ ਦੇ ਉੱਪਰ ਸੱਜੀ ਰਹਿਣ ਦਿੱਤੀ, ਦਸਤਾਰ ਵਿਛਾ ਦਿੱਤੀ। ਮੇਰੇ ਸਤਿਗੁਰੂ ਜੀ ਨੂੰ ਬਿਨਾਂ ਸੁੱਚਮ ਤੋਂ ਜਲ ਵਿਛਾਏ ਤੋਂ, ਤੁਸੀਂ ਜਲ ਛਿੜਕਾਏ ਤੋਂ ਨਹੀਂ ਲੈ ਕੇ ਜਾ ਸਕਦੇ। ਜੇ ਜਲ ਨਹੀਂ ਲੈ ਕੇ ਆਏ ਤੇ ਸਾਡੀ ਦਸਤਾਰ ਦੇ ਉੱਪਰ ਦੀ ਲੰਘੋ, ਨੰਗੀ ਜ਼ਮੀਨ ਤੇ ਨਹੀਂ ਲੈ ਕੇ ਜਾਣਾ। ਸੇਵਾਦਾਰਾਂ ਨੇ ਹੱਥ ਜੋੜ ਦਿੱਤੇ, ਮਹਾਂਪੁਰਸ਼ੋ ਅਸੀਂ ਤੁਹਾਡੀ ਦਸਤਾਰ ਦੇ ਉੱਪਰ ਆਪਣੇ ਪੈਰ ਕਿਵੇਂ ਰੱਖ ਸਕਦੇ ਹਾਂ? ਕਿਵੇਂ ਤੁਹਾਡੀ ਦਸਤਾਰ ਦੀ ਬੇਅਦਬੀ ਕਰ ਸਕਦੇ ਹਾਂ? ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, ਜਿਹੜੀ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਸੀਂ ਕਰ ਰਹੇ ਹੋ ਨਾ, ਇਹ ਸਾਡੀ ਦਸਤਾਰ ਦੀ ਬੇਅਦਬੀ ਤੋਂ ਵੱਡੀ ਬੇਅਦਬੀ ਹੈ। ਉਸੇ ਵੇਲੇ ਫਿਰ ਸੇਵਾਦਾਰ ਭੱਜੇ, ਜਲ ਲੈ ਕਰਕੇ ਆਏ ਤੇ ਛਿੜਕਾਓ ਕਰਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨੂੰ ਲੈ ਕਰਕੇ ਗਏ। ਐਸਾ ਸਨਮਾਨ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਟਿਕਾ ਕਰਕੇ ਰੱਖਿਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਹੀ ਸਾਰੀ ਜ਼ਿੰਦਗੀ ਬੰਦਗੀ ਕੀਤੀ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ ਰਹੇ। ਐਸੇ ਬਾਬਾ ਆਨੰਦ ਸਿੰਘ ਜੀ ਦੀ ਅੱਜ ਬਰਸੀ ਦਾ ਦਿਹਾੜਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਨ। ਜੈਸੀ ਭਾਵਨਾ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਥਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਾਏ ਅਤੇ ਪ੍ਰੇਮਾ ਭਗਤੀ ਸੀ,
ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਵੀ ਐਸੀ ਪ੍ਰੇਮਾ ਭਗਤੀ ਤੇ ਬੰਦਗੀ ਦੀ ਦਾਤ ਬਖਸ਼ ਕਰਕੇ ਕਿਰਤਾਰਥ ਕਰਨ ਜੀ। ਹੁਣ ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਅੰਮ੍ਰਿਤਮਈ ਗੁਰਬਾਣੀ ਦੁਆਰਾ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰਦਿਆਂ ਹੋਇਆਂ ਹੋਰ ਲਾਹੀ ਪ੍ਰਾਪਤ ਕਰਨੇ ਦਾ ਯਤਨ ਕਰੀਏ ਜੀ। ਸਹਿਤ ਪਿਆਰ ਦੇ ਸਰਬਤ ਮਾਈ ਭਾਈ ਜਪਣਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਖਿਆਤਕਾਰ ਜ਼ਾਹਰਾ ਮੂਰਤ ਆਪ ਜੀ ਦੇ ਪਾਸ ਗੁਰਸਿੱਖਾਂ ਨੇ ਆ ਕਰਕੇ ਅਰਜ਼ ਗੁਜ਼ਾਰੀ ਹੈ। ਗਰੀਬ ਨਿਵਾਜ ਸਾਹਿਬ ਜੀ, ਆਪ ਜੀ ਦੇ ਪਾਵਨ ਬਚਨ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਡਾ ਇਹ ਜਿਹੜਾ ਸਾਨੂੰ ਜਨਮ ਪ੍ਰਾਪਤ ਹੋਇਆ ਹੈ, ਇਹ ਵਾਹਿਗੁਰੂ ਜੀ ਦੇ ਮਿਲਾਪ ਦੀ ਵਾਰੀ ਹੈ। ਤੇ ਕੀਤੇ ਹੋਏ ਅਵਰ ਜਿਤਨੇ ਵੀ ਕੰਮ ਨੇ ਉਹ ਕਿਤੈ ਨਾ ਕਾਜ, ਕਿਸੇ ਕੰਮ ਨਹੀਂ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗਰੀਬ ਨਿਵਾਜ ਜੀ, ਬਾਕੀ ਦੇ ਧੰਦੇ ਧੰਦਾਰ ਵਾਹਿਗੁਰੂ ਜੀ ਦੇ ਨਾਮ ਨੂੰ ਭੁੱਲ ਕੇ ਵਿਸਾਰ ਕੇ ਕੀਤੇ ਹੋਏ ਕਿਸੇ ਕਾਰਜ ਨਹੀਂ, ਕਿਸੇ ਅਰਥ ਨਹੀਂ। ਤੇ ਆਪ ਜੀ ਨੇ ਆਪਣੀ ਪਾਵਨ ਗੁਰਬਾਣੀ ਦੇ ਸਿਧਾਂਤ ਨੂੰ ਜਨਾਵਣਾ ਕੀਤਾ ਹੈ। ਜਦ ਤੱਕ ਵਾਹਿਗੁਰੂ ਜੀ ਦਾ ਮਿਲਾਪ ਨਹੀਂ ਹੁੰਦਾ, ਉਦੋਂ ਤੱਕ ਜੰਮਣ ਮਰਨ ਨਹੀਂ ਮੁੱਕਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ, ਵਾਹਿਗੁਰੂ ਜੀ ਦਾ ਮਿਲਾਪ ਅਤਿਅੰਤ ਕਠਿਨ ਕਾਰਜ ਹੈ, ਅਤਿਅੰਤ ਦੁਸਤਰ ਕਾਰਜ ਹੈ ਮਹਾਰਾਜ। ਇਹ ਬਹੁਤ ਸਹਿਜ ਨਹੀਂ ਹੈ, ਬਹੁਤ ਕਠਿਨ ਹੈ। ਪਰ ਗਰੀਬ ਨਿਵਾਜ ਜੁਗਤੀ ਦੇ ਵਿੱਚ ਮੁਕਤੀ ਹੈ। ਆਪ ਜੀ ਭਲੇ ਪ੍ਰਕਾਰ ਸਹਿਜੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੀਵਾਂ ਦਾ ਮੇਲ ਕਰਵਾਉਣੇ ਵਾਲੇ ਹੋ। ਕਿਰਪਾਲਤਾ ਕਰਕੇ ਸਾਨੂੰ ਐਸੇ ਉਪਦੇਸ਼ ਦੀ ਦਾਤ ਬਖਸ਼ੋ ਜੀ, ਜਿਸ ਉਪਦੇਸ਼ ਦੀ ਦਾਤ ਨੂੰ ਹਾਸਲ ਕਰਕੇ ਪ੍ਰਾਪਤ ਕਰਕੇ ਆਪ ਜੀ ਦੇ ਪ੍ਰਵਚਨਾਂ ਨੂੰ ਕਮਾ ਕਰਕੇ ਅਸੀਂ ਸਹਿਜੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਏ। ਤੇ ਗਰੀਬ ਨਿਵਾਜ ਸਤਿਗੁਰੂ ਜੀ ਗੁਰਸਿੱਖਾਂ ਦੀ ਬੇਨਤੀ ਨੂੰ ਸਰਵਣ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਹਿਜ ਹੀ ਸੁਹੇਲਾ ਮਿਲਾਪ ਕਰਵਾਵਣੇ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜੀ। ਸਾਧ ਸੰਗ ਤਾ ਕੀ ਸਰਨੀ ਪਰਹੂ। ਹੇ ਗੁਰਸਿੱਖੋ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਮਾਤਮਾ ਜੀ ਦੇ ਪਿਆਰੇ ਸਾਧ ਜਨ ਮਿਲੇ ਹੋਏ ਨੇ ਨਾ, ਉਹਨਾਂ ਦੀ ਸੰਗਤ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਪੈ ਜਾਓ। ਸਾਧੂ ਜਨ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਜੀ ਨੂੰ ਪ੍ਰਾਪਤ ਕਰ ਲਿਆ ਹੈ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਜੀ ਦੀਆਂ ਸਿੱਖਿਆਵਾਂ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਅਸਾਧ ਮਨ ਨੂੰ ਸਾਧ ਲਿਆ ਹੈ, ਜਿਹੜੇ ਬੰਦਗੀ ਦੇ ਸਾਧਨ ਕਰਦਿਆਂ ਹੋਇਆ ਸਾਧਨ ਸੰਪੰਨ ਹੋ ਚੁੱਕੇ ਨੇ, ਵਾਹਿਗੁਰੂ ਜੀ ਦੇ ਮਿਲਾਪ ਵਾਲੇ ਨੇ। ਸਾਧ ਸੰਗਤ ਆਕੀ ਸਰਨੀ ਪਰ ਹੋ। ਐਸੇ ਸਾਧ ਜਨਾਂ ਦੀ ਸੰਗਤ ਦੁਆਰਾ ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਤ ਸੰਗਤ ਰੂਪੀ ਸ਼ਰਨ ਦੇ ਵਿੱਚ ਪੈ ਜਾਣਾ ਕਰਹੁ। ਮਨ ਤਨ ਆਪਣਾ ਆਗੇ ਤਰਹੁ। ਆਪਣਾ ਮਨ ਅਤੇ ਆਪਣਾ ਤਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਭੇਟਾ ਵਜੋਂ ਰੱਖ ਦੇਣਾ ਕਰੋ। ਤੇ ਸਾਧ ਸੰਗਤ ਜੀ, ਜਿਹੜੀ ਭੇਟਾ ਸਤਿਗੁਰੂ ਜੀ ਨੂੰ ਸਮਰਪਿਤ ਕਰ ਦਈਏ, ਅਰਪਣ ਕਰ ਦਈਏ ਨਾ, ਉਸ ਭੇਟਾ ਦੇ ਉੱਪਰ ਫਿਰ ਆਪਣਾ ਕੋਈ ਹੱਕ ਨਹੀਂ ਰਹਿ ਜਾਂਦਾ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਤਨ ਤੇ ਮਨ ਤੇ ਆਪਣਾ ਹੱਕ ਨਹੀਂ ਜਣਾਉਣਾ, ਬਲਕਿ ਤਨ ਮਨ ਸਤਿਗੁਰੂ ਜੀ ਨੂੰ ਸੌਂਪ ਕਰਕੇ ਤਨ ਮਨ ਸੌਂਪ ਸਰੀਰ ਅਥਵਾ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ। ਜਦੋਂ ਤਨ ਮਨ ਧਨ ਸਤਿਗੁਰੂ ਜੀ ਨੂੰ ਸਮਰਪਿਤ ਕਰਕੇ ਦਾਸਾ ਭਾਵ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੇ ਹੁਕਮਾਂ ਨੂੰ ਉਪਦੇਸ਼ਾਂ ਨੂੰ ਕਮਾਵਣਾ ਕਰੀਏ ਨਾ ਪਿਆਰਿਓ, ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਤ ਸੰਗਤ ਰੂਪੀ ਸ਼ਰਨ ਵਿੱਚ
ਸਾਧ ਸੰਗਤ ਦੁਆਰਾ ਅਥਵਾ ਸਾਧੂ ਜਨਾਂ ਦੁਆਰਾ ਪੈਣਾ ਹੈ ਤੇ ਫਿਰ ਤਨ ਆਪਣਾ ਜਿਹੜਾ ਸਰੀਰ ਹੈ ਸਤਿਗੁਰੂ ਜੀ ਨੂੰ ਹੀ ਸੌਂਪ ਦੇਣਾ ਹੈ। ਇਸ ਦੇ ਉੱਪਰ ਆਪਣਾ ਹੱਕ ਦਾਵਾ ਨਹੀਂ ਕਰਨਾ, ਬਲਕਿ ਬੇਨਤੀ ਕਰਨੀ ਹੈ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ। ਗਰੀਬ ਨਿਵਾਜ ਇਹ ਸਰੀਰ ਤਾਂ ਪਹਿਲਾਂ ਹੀ ਆਪ ਜੀ ਨੇ ਬਖਸ਼ਿਆ ਸੀ, ਇਹ ਜਨਮ, ਇਹ ਜ਼ਿੰਦਗੀ, ਇਹ ਸਵਾਸ ਗਰੀਬ ਨਿਵਾਜ ਸਭ ਕੁਝ ਆਪ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ ਸੀ ਤੇ ਆਪ ਜੀ ਦੀ ਵਸਤੂ ਆਪ ਜੀ ਨੂੰ ਸੌਂਪ ਦਿੱਤੀ। ਇਸ ਦੇ ਵਿੱਚ ਸਾਡਾ ਕੀ ਹੈ? ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਇਸੇ ਪ੍ਰਕਾਰ ਤਨ ਦਾ ਸੌਂਪਣਾ ਕੀ ਹੈ? ਜਿਹੜਾ ਸਰੀਰ ਦੀ ਹੰਗਤਾ ਨਾ ਕਰਨੀ, ਸਰੀਰ ਦੇ ਗੁਣਾਂ ਦੇ ਹੰਕਾਰ ਦਾ ਤਿਆਗ ਕਰ ਦੇਣਾ, ਸਰੀਰ ਦੀ ਇਸੇ ਪ੍ਰਕਾਰ ਸਰੀਰ ਦਾ ਜੋ ਬਲ ਹੈ, ਸਰੀਰ ਦੀ ਤਾਕਤ ਹੈ, ਉਸ ਦਾ ਕਦੇ ਹੰਕਾਰ ਨਾ ਕਰਨਾ। ਇਹ ਦਾਤ ਸਤਿਗੁਰੂ ਜੀ ਦੀ ਜਾਣ ਕਰਕੇ ਸ਼ੁਕਰਾਨੇ ਵਿੱਚ ਰਹਿਣਾ। ਸਾਧ ਸੰਗਤ ਜੀ, ਇਹ ਸਰੀਰ ਸੌਂਪਣਾ ਹੈ। ਸਰੀਰ ਦੇ ਨਾਲ ਗੁਰਮਤਿ ਮਰਿਆਦਾ ਦੇ ਬਚਨਾਂ ਨੂੰ ਕਮਾਉਣਾ, ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਆਪਣੇ ਸਰੀਰ ਦੇ ਉੱਪਰ ਕਮਾਵਣਾ, ਇਹ ਸਰੀਰ ਦਾ ਅਰਪਣਾ ਹੈ। ਇਸੇ ਪ੍ਰਕਾਰ ਮਨ ਕਰਕੇ ਵੀ ਹੰਕਾਰ ਨਾ ਕਰਨਾ, ਮਨ ਕਰਕੇ ਕਦੇ ਸਤਿਗੁਰੂ ਜੀ ਤੋਂ ਬੇਮੁਖ ਨਾ ਹੋਣਾ, ਮਨ ਕਰਕੇ ਵੀ ਕਦੇ ਹਿਰਦਾ ਮੈਲਾ ਕਰਕੇ ਵਿਕਾਰਾਂ ਵਿੱਚ ਗਲਤਾਨ ਨਾ ਹੋਣਾ। ਇਹ ਮਨ ਸਤਿਗੁਰੂ ਜੀ ਨੂੰ ਸੌਂਪਣਾ ਹੈ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਮਨ ਤਨ ਆਪਣਾ ਆਗੈ ਧਰੋ। ਹੇ ਗੁਰਸਿੱਖੋ, ਨਿਮਰਤਾ ਭਾਵ ਦੇ ਨਾਲ ਆਪਣਾ ਮਨ ਵੀ ਅਤੇ ਆਪਣਾ ਤਨ ਵੀ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਾਹਿਬ ਜੀ ਦੇ ਅੱਗੇ ਹੀ ਰੱਖ ਦੇਵੋ, ਕਿਉਂਕਿ ਸਤਿਗੁਰੂ ਜੀ ਹਰੀ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਹਨ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤਿਅੰਤ ਸਨੇਹ ਦੇ ਨਾਲ ਉਪਦੇਸ਼ ਬਖਸ਼ ਰਹੇ ਨੇ। ਜਿਵੇਂ ਮਾਤਾ ਪਿਤਾ ਬੱਚੇ ਨੂੰ ਲਾਡ ਲਡਾਉਂਦੇ ਨੇ ਨਾ, ਨਾਲੇ ਲਾਡ ਵੀ ਲਡਾਈ ਜਾਂਦੇ ਨੇ, ਨਾਲੇ ਪਦਾਰਥ ਵੀ ਛਕਾਈ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਰ ਦੇ ਮਿੱਠੇ ਬਚਨਾਂ ਦੇ ਨਾਲ ਲਾਡ ਵੀ ਲਡਾਈ ਜਾਂਦੇ ਨੇ ਤੇ ਅੰਮ੍ਰਿਤ ਬਚਨਾਂ ਦੇ ਨਾਲ ਉਪਦੇਸ਼ ਰੂਪੀ ਭੋਜਨ ਵੀ ਛਕਾਈ ਜਾਂਦੇ ਨੇ। ਹੇ ਮੇਰੇ ਭਾਈ, ਹੇ ਮੇਰੇ ਭਰਾਤਾ ਜੀ, ਹੇ ਮੇਰੇ ਵੀਰ ਜੀ, ਹੇ ਸਾਡੇ ਭਰਾਵੋ, ਅੰਮ੍ਰਿਤ ਨਾਮ ਪੀਵੋ। ਸਾਧ ਸੰਗਤ ਦੇ ਨਾਲ ਮਿਲ ਕਰਕੇ ਰਸਨਾ ਦੇ ਨਾਲ ਅੰਮ੍ਰਿਤ ਨਾਮ ਨੂੰ ਸਦਾ ਪੀਂਦੇ ਹੀ ਰਹੋ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਹੇ ਭਾਈ, ਇਹ ਜਿਹੜਾ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਦਾ ਸਿਮਰਨ ਕਰਨਾ ਹੈ ਨਾ, ਇਹ ਨਾਮ ਦਾ ਖਜ਼ਾਨਾ ਹੈ, ਇਹ ਨਾਮ ਦਾ ਸਾਗਰ ਹੈ। ਸਤ ਸੰਗਤ ਰੂਪੀ ਨਾਮ ਦੇ ਸਾਗਰ ਅਥਵਾ ਨਾਮ ਦੇ ਕੁੰਡ ਦੇ ਵਿੱਚੋਂ ਨਾਮ ਅੰਮ੍ਰਿਤ ਨੂੰ ਪੀਵਣਾ ਕਰੋ। ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ। ਜਿਸ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨੇ ਦੇ ਨਾਲ ਆਤਮ ਸੁਖ ਨੂੰ ਪਾਈਦਾ ਹੈ, ਸਾਰੀ ਆਸ਼ਾ ਤ੍ਰਿਸ਼ਨਾ ਇਤਿਆਦਿਕ ਦੀ ਪਿਆਸਾ ਮਿਟ ਜਾਂਦੀ ਹੈ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਖਾਈ। ਹਰੀ ਪ੍ਰਮਾਤਮਾ ਜੀ, ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਦੀ ਸੇਵਾ ਕਰਨੀ ਕਰੋ ਪਿਆਰਿਓ। ਕਿਸੇ ਪ੍ਰਕਾਰ ਦੀ ਮਨ ਦੇ ਵਿੱਚ ਪਦਾਰਥਾਂ ਦੀ ਭੁੱਖ ਨਹੀਂ ਰਹਿ ਜਾਵੇਗੀ, ਤ੍ਰਿਸ਼ਨਾ ਨਹੀਂ ਰਹਿ ਜਾਵੇਗੀ। ਤੁਧ ਜੀਵਡ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਵਰਗੇ ਕੇਵਲ ਤਾਂ ਕੇਵਲ ਆਪ ਜੀ ਹੋ, ਕੋਈ ਦੂਜਾ ਤੁਹਾਡੇ ਵਰਗਾ ਨਹੀਂ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਕੋਈ ਹੋਰ ਤੁਹਾਡੇ ਵਰਗਾ ਹੋਵੇ ਤੇ ਨਾਮ ਲੈ ਕੇ ਕਹੀਏ ਜੀ ਤੁਸੀਂ ਫਲਾਣੇ ਵਰਗੇ ਹੋ, ਪਰ ਤੁਹਾਡੇ ਵਰਗਾ ਤੇ ਹੈ ਹੀ ਕੋਈ ਨਹੀਂ, ਤੁਹਾਨੂੰ ਉਪਮਾ ਕਿਹਦੇ ਨਾਲ ਦੇਈਏ। ਇਸ ਕਰਕੇ ਤੁਧ ਜੀਵਡ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ। ਵਾਹਿਗੁਰੂ ਜੀ, ਜਿਹੋ ਜੇ ਤੁਸੀਂ ਆਪ ਹੋ, ਕੇਵਲ ਤਾਂ ਕੇਵਲ ਤੁਸੀਂ ਆਪ ਹੀ ਹੋ। ਇਸ ਕਰਕੇ ਗਰੀਬ ਨਿਵਾਜ, ਅਸੀਂ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿਖੇ ਪਏ ਹਾਂ ਜੀ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਮੇਰੇ ਭਾਈ, ਮੇਰੇ ਭਰਾਤਾ ਜੀ, ਵੀਰ ਜੀ, ਸਾਧ ਸੰਗਤ ਦੇ ਨਾਲ ਮਿਲ ਕਰਕੇ ਸਦਾ ਹੀ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਦੇ ਨਾਲ ਪੀਵਣਾ ਕਰੋ। ਭਾਵ ਸਦਾ ਹੀ ਜਪਦੇ ਰਹੋ, ਸਦਾ ਹੀ ਸਿਮਰਦੇ ਰਹੋ। ਸਿਮਰ ਸਿਮਰ ਸਭ ਤਪਤ 부ਝਾਈ। ਜੋ ਸਿਮਰਨੇ ਜੋਗ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਨਾ, ਉਸ ਦਾ ਸਿਮਰਨ ਕਰ ਕਰਕੇ ਸਭ ਤਪਤ 부ਝਾਈ। ਆਪਣੇ ਹਿਰਦੇ ਦੇ ਵਿੱਚੋਂ ਆਸਾ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਣਾ ਕਰੋ।
ਆਪਣੇ ਹਿਰਦੇ ਦੇ ਵਿੱਚੋਂ ਕਾਮ ਇਤਿਆਦਿਕ ਵਿਕਾਰਾਂ ਦੀ ਅਗਨੀ ਨੂੰ ਬੁਝਾ ਲੈਣਾ ਕਰੋ। ਸਿਮਰ ਸਿਮਰ, ਮਨ ਦੇ ਨਾਲ ਵੀ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਕਰੋ। ਸਿਮਰ ਰਸਨਾ ਦੁਆਰਾ ਵੀ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਕਰੋ। ਗਰੀਬ ਨਿਵਾਜ ਪ੍ਰਾਪਤ ਕੀ ਹੋਵੇਗਾ? ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਦੇ ਮਨ ਦੇ ਪਿਆਰ ਸਦਕਾ ਰਸਨਾ ਦੇ ਨਾਲ ਜਪਿਆ, ਮਨ ਦੇ ਨਾਲ ਵੀ ਜਪਿਆ, ਤਨ ਦੇ ਨਾਲ ਵੀ ਜਪਿਆ, ਸਭ ਤਪਤ ਬੁਝਾਈ। ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਵਿਕਾਰਾਂ ਦੀ ਅਗਨੀ ਸਾਰੀ ਹੀ ਬੁਝਾ ਲਈ ਹੈ। ਕਾਮ ਕ੍ਰੋਧ ਇਤਿਆਦਿਕ ਦੀ ਅਗਨੀ ਨੂੰ ਉਹਨਾਂ ਨੇ ਆਪਣੇ ਮਨ ਚੋਂ ਬੁਝਾ ਲਿਆ ਹੈ। ਤ੍ਰਿਸ਼ਨਾ ਦੀ ਬਲਦੀ ਹੋਈ ਅੱਗ ਨੂੰ ਤਿੰਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਬੁਝਾ ਲਿਆ ਹੈ। ਇਸ ਕਰਕੇ ਪਿਆਰਿਓ, ਸਿਮਰਨੇ ਯੋਗ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਜਿਹੜਾ ਪਹਿਲਾਂ ਵੀ ਸਿਮਰਨੇ ਯੋਗ ਸੀ, ਜਿਹੜਾ ਹੁਣ ਵੀ ਸਿਮਰਨੇ ਯੋਗ ਹੈ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਸਿਮਰਨੇ ਯੋਗ ਹੋਵੇਗਾ, ਜਿਹੜਾ ਨਰਾਂ ਕਰਕੇ ਵੀ ਸਿਮਰਨੇ ਯੋਗ ਹੈ, ਨਾਰੀਆਂ ਕਰਕੇ ਵੀ ਸਿਮਰਨ ਯੋਗ ਹੈ, ਜਿਹੜਾ ਦੇਵਾਂ ਕਰਕੇ ਵੀ ਸਿਮਰਨ ਯੋਗ ਹੈ, ਜਿਹੜਾ ਦੈਂਤਾਂ ਕਰਕੇ ਵੀ ਸਿਮਰਨ ਯੋਗ ਹੈ, ਜਿਸ ਦੇ ਨਾਮ ਨੂੰ ਸੰਤਾਂ ਭਗਤਾਂ ਨੇ ਵੀ ਆਰਾਧਿਆ ਸਿਮਰਿਆ ਹੈ, ਜਿਸ ਦੇ ਨਾਮ ਨੂੰ ਜਗਿਆਸੂਆਂ ਨੇ ਵੀ ਸਿਮਰਿਆ ਹੈ। ਇਸ ਕਰਕੇ ਉਹ ਸੰਤਾਂ ਕਰਕੇ ਵੀ ਸਿਮਰਨੇ ਯੋਗ, ਉਹ ਜਗਿਆਸੂਆਂ ਕਰਕੇ ਵੀ ਸਿਮਰਨੇ ਯੋਗ ਹੈ। ਜਿਸ ਦੀ ਆਰਾਧਨਾ ਦਾਨਵਾਂ ਨੇ ਵੀ ਕੀਤੀ ਹੈ, ਜਿਸ ਦੇ ਸਿਮਰਨ ਨੂੰ ਮਾਨਵਾਂ ਨੇ ਵੀ ਕੀਤਾ ਹੈ। ਸਿਮਰ ਸਿਮਰ, ਜਿਸ ਦੇ ਨਾਮ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਭੇਜੇ ਹੋਏ ਨਬੀਆਂ ਨੇ ਵੀ ਸਿਮਰਿਆ ਹੈ, ਜਿਸ ਦੇ ਨਾਮ ਨੂੰ ਵਲੀਆਂ ਨੇ ਵੀ ਸਿਮਰਿਆ ਹੈ। ਐਸੇ ਸਿਮਰਨੇ ਯੋਗ ਪ੍ਰਮਾਤਮਾ ਜੀ ਦੇ ਨਾਮ ਨੂੰ ਸਿਮਰਨਾ ਕਰੋ ਜੀ। ਪ੍ਰਾਪਤ ਕੀ ਹੋਵੇਗਾ? ਸਭ ਤਪਤ ਬੁਝਾਈ। ਜਿਨ੍ਹਾਂ ਨੇ ਸਿਮਰਿਆ ਹਿਰਦੇ ਦੀ ਤਪਸ਼ੀ ਤਿਨਾਂ ਦੀ ਮਿਟ ਗਈ ਹੈ। ਭਾਈ ਤੁਸੀਂ ਵੀ ਐਸੇ ਨਾਮ ਦਾ ਸਿਮਰਨ ਕਰਕੇ ਆਪਣੇ ਹਿਰਦੇ ਦੇ ਵਿੱਚੋਂ ਵਿਕਾਰਾਂ ਦੀ ਅਥਵਾ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾ ਲੈਣਾ ਕਰੋ। ਰਹਾਉ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਤਜ ਅਭਿਮਾਨ ਜਨਮ ਮਰਨ ਨਿਵਾਰਹੁ। ਹੇ ਭਾਈ, ਹਿਰਦੇ ਦੇ ਵਿੱਚੋਂ ਮਾਣ ਹੰਕਾਰ ਦਾ ਤਿਆਗ ਕਰ ਦਿਓ। ਤਜ ਦਾ ਭਾਵ ਹੈ ਛੱਡ ਦਿਓ। ਅਭ ਦਾ ਅਰਥ ਹੈ ਹਿਰਦਾ ਤੇ ਮਾਨ ਦਾ ਅਰਥ ਹੈ ਹੰਕਾਰ। ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਹੰਕਾਰ ਨਾ ਰੱਖੋ ਕਿ ਸਾਡਾ ਸਰੀਰ ਬੜਾ ਸੁੰਦਰ ਹੈ, ਸਾਡੀ ਜਾਤ ਬੜੀ ਉੱਚੀ ਹੈ, ਅਸੀਂ ਵਿਦਿਆ ਬਹੁਤ ਪੜ੍ਹੇ ਹਾਂ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਆ ਕਰਕੇ ਸਦਾ ਨਿਮਰਤਾ ਨੂੰ ਧਾਰਨ ਕਰਨਾ ਹੈ। ਕਦੇ ਮਾਣ ਵਾਲੇ ਤੇ ਹੰਕਾਰ ਵਾਲੇ ਬਚਨ ਨਹੀਂ ਕਰਨੇ ਹਨ। ਇਸ ਪ੍ਰਕਾਰ ਆਪਣੇ ਸਵਰੂਪ ਦਾ, ਜਾਤੀ ਦਾ, ਗੁਣਾ ਦਾ, ਵਿਦਿਆ ਦਾ, ਬਲ ਦਾ, ਤਾਕਤ ਦਾ ਹੰਕਾਰ ਨਹੀਂ ਕਰਨਾ। ਹਿਰਦੇ ਦੇ ਵਿੱਚੋਂ ਹੰਕਾਰ ਨੂੰ, ਮਾਣ ਨੂੰ ਤੇ ਛੱਡ ਹੀ ਦੇਣਾ ਕਰੋ। ਇਸੇ ਪ੍ਰਕਾਰ ਤਜ ਅਭਿਮਾਨ, ਵਿਸ਼ੇਸ਼ ਕਰਕੇ ਜਿਹੜਾ ਹਿਰਦੇ ਦੇ ਅੰਦਰ ਮਾਣ ਹੰਕਾਰ ਧਾਰਨ ਕੀਤਾ ਹੈ ਨਾ ਭਾਈ, ਤਿਸ ਦਾ ਤਿਆਗ ਕਰੋ। ਕਿਉਂਕਿ ਇਹ ਜਿਹੜਾ ਅਭਿਮਾਨ ਹੈ, ਇਹ ਜਿਹੜਾ ਹੰਕਾਰ ਹੈ, ਇਹ ਵੀ ਐਸਾ ਵਿਕਾਰ ਹੈ ਜਿਹੜਾ ਜੰਮਣ ਮਰਨ ਦਾ ਮੂਲ ਹੈ। ਜੰਮਣ ਮਰਨ ਛੁੱਟੇਗਾ ਹੀ ਤਾਂ ਜਦੋਂ ਹੰਕਾਰ ਦਾ ਹਿਰਦੇ ਦੇ ਵਿੱਚੋਂ ਤਿਆਗ ਕਰੋਗੇ। ਇਸ ਕਰਕੇ ਹਜ਼ੂਰ ਫਰਮਾਵਦੇ ਨੇ ਜੀ, ਤਜ ਅਭਿਮਾਨ ਜਨਮ ਮਰਨ ਨਿਵਾਰਹੁ। ਹਿਰਦੇ ਦੇ ਵਿੱਚੋਂ ਆਪਣੀਆਂ ਵਡਿਆਈਆਂ ਦਾ, ਆਪਣੀ ਦੌਲਤ ਦਾ, ਜੜ ਮਾਇਆ ਦਾ, ਚੇਤਨ ਮਾਇਆ ਦਾ, ਆਪਣੇ ਮੁਰਾਤਬੇ ਦਾ, ਆਪਣੀ ਪਦਵੀ ਦਾ ਹੰਕਾਰ ਛੱਡ ਦੇਣਾ ਕਰੋ ਤੇ ਨਿਰਹੰਕਾਰ ਹੋ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਕੇ ਜੰਮਣ ਮਰਨ ਰੂਪੀ ਦੁੱਖ ਦੀ ਨਿਵਰਤੀ ਕਰ ਲਵੋ। ਜਦੋਂ ਹਿਰਦੇ ਦੇ ਵਿੱਚੋਂ ਹੰਕਾਰ ਦਾ ਤਿਆਗ ਕਰਕੇ, ਮਨ ਕਰਕੇ ਅਤੇ ਬਾਣੀ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰੋਗੇ, ਵਾਹਿਗੁਰੂ ਜੀ ਤੁਹਾਡੇ ਜੰਮਣ ਮਰਨ ਦੇ ਦੁੱਖਾਂ ਨੂੰ ਕੱਟ ਦੇਣਗੇ। ਜੰਮਣ ਮਰਨ ਦੇ ਦੁੱਖਾਂ ਦੀ ਨਿਵਰਤੀ ਕਰ ਲਵੋ ਬੰਦਗੀ ਕਰਕੇ। ਹਰ ਕੇ ਦਾਸ ਕੇ ਚਰਨ ਨਮਸਕਾਰਹੁ। ਤੇ ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਦਾਸ ਨੇ ਨਾ, ਜਿਨ੍ਹਾਂ ਨੇ ਦਾਸਾ ਭਾਵ ਨੂੰ ਧਾਰਨ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਨੌਕਰ ਹੋਣਾ ਅਲੱਗ ਬਾਤ ਹੈ, ਪਰ ਦਾਸ ਹੋਣਾ ਅਲੱਗ ਗੱਲ ਹੈ। ਨੌਕਰ ਤੋਂ ਭਾਵ ਇਹ ਹੈ, ਜੇ ਤੇ ਨੌਕਰੀ ਪੁੱਗਦੀ ਹੈ ਤੇ ਕੀਤੀ, ਤੇ ਨਹੀਂ ਤੇ ਮਾਲਕ ਨੂੰ ਜਵਾਬ ਦਿੱਤਾ, ਮੈਂ ਤੇਰੀ ਨੌਕਰੀ ਨਹੀਂ ਕਰਨੀ, ਨੌਕਰ ਕੋਈ ਨਵਾਂ ਲੱਭ ਲੈ। ਨੌਕਰ ਜਵਾਬ ਦੇ ਸਕਦਾ ਹੈ, ਪਰ ਦਾਸਾ ਭਾਵ ਦੇ ਵਿੱਚ ਕਦੇ ਜਵਾਬ ਨਹੀਂ ਦਿੱਤਾ ਜਾ ਸਕਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਉਹ ਹੈ, ਦਾਸ ਉਹ ਹੈ ਜਿਹੜਾ ਹਉਮੈ ਭਾਵ ਤੋਂ ਮੁਰਦਾ ਹੋਵੇ। ਜਿਵੇਂ ਮੁਰਦੇ ਦੀ, ਲਾਸ਼ ਦੀ ਆਪਣੀ ਕੋਈ ਮਰਜ਼ੀ ਨਹੀਂ ਨਾ ਹੁੰਦੀ,
ਭਾਵੇਂ ਉਸ ਨੂੰ ਸਿੱਧਾ ਪਾ ਦਿਓ, ਪੁੱਠਾ ਪਾ ਦਿਓ, ਟੰਗ ਦਿਓ, ਸਾੜ ਦਿਓ, ਦੱਬ ਦਿਓ, ਰੋੜ ਦਿਓ, ਮੁਰਦੇ ਦੇ ਨਾਲ ਚਾਹੇ ਕੋਈ ਵੀ ਵਿਵਹਾਰ ਕਰ ਦਿਓ, ਮੁਰਦਾ ਕਦੇ ਆਪਣੀ ਮਰਜ਼ੀ ਨਹੀਂ ਜਣਾਉਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਦਾਸ ਹੁੰਦਾ ਨਾ, ਸਤਿਗੁਰੂ ਜੀ ਆਪਣੇ ਦਾਸ ਨੂੰ ਜਿਵੇਂ ਚਾਹੇ ਰੱਖਣ, ਗਰੀਬੀ ਵਿੱਚ ਰੱਖਣ, ਅਮੀਰੀ ਵਿੱਚ ਰੱਖਣ, ਉਸ ਦੀ ਪਰਾਲਬਧ ਦੇ ਅਨੁਸਾਰ ਚਾਹੇ ਉਸ ਨੂੰ ਦੁੱਖ ਦੇ ਦੇਣ, ਚਾਹੇ ਬਖਸ਼ਿਸ਼ ਕਰਕੇ ਉਸ ਨੂੰ ਸੁੱਖ ਦੇਣ, ਦਾਸ ਕਦੇ ਵੀ ਸਤਿਗੁਰੂ ਜੀ ਨੂੰ ਉਪਾਲੰਭ ਨਹੀਂ ਦਿੰਦਾ ਹੈ, ਉਲਾਂਭਾ ਨਹੀਂ ਦਿੰਦਾ ਹੈ। ਇਸ ਪ੍ਰਕਾਰ ਸਦਾ ਭਾਣੇ ਨੂੰ ਮਿੱਠਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਜੁੜਦਾ ਹੈ, ਉਹ ਦਾਸਾ ਭਾਵ ਨੂੰ ਧਾਰਨ ਵਾਲਾ ਦਾਸ ਹੈ। ਜਿਵੇਂ ਸਾਧ ਸੰਗਤ ਜੀ ਮੰਨਿਆ ਜਾਂਦਾ, ਜਿਹੜੀ ਰਾਈਫਲ ਬਣਾਈ, ਬੰਦੂਕ ਬਣਾਈ ਹੈ ਨਾ, ਇਹ ਲੁਕਮਾਨ ਹਕੀਮ ਨੇ ਬਣਾਈ ਹੈ। ਤੇ ਜਿਹੜਾ ਲੁਕਮਾਨ ਸੀ ਅਤਿਅੰਤ ਸਿਆਣਾ ਸੀ, ਸਮਝਦਾਰ ਸੀ। ਤੇ ਉਹ ਸਮਾਂ ਹੀ ਐਸਾ ਸੀ, ਛੋਟੇ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ ਸੀ। ਜਿਸ ਨੇ ਖਰੀਦਣਾ ਉਸ ਨੇ ਆਪਣਾ ਗੁਲਾਮ ਬਣਾ ਲੈਣਾ। ਤੇ ਲੁਕਮਾਨ ਹਕੀਮ ਨੂੰ ਛੋਟੇ ਹੁੰਦੇ ਨੂੰ ਕਿਸੇ ਨੇ ਚੁੱਕ ਕੇ ਵੇਚ ਦਿੱਤਾ ਤੇ ਗੁਰਬਤ ਭਰਿਆ, ਦੁੱਖਾਂ ਭਰਿਆ ਗੁਲਾਮੀ ਦਾ ਜ਼ਿੰਦਗੀ, ਗੁਲਾਮੀ ਦਾ ਜੀਵਨ ਪਿਆ ਜਿਉਂਦਾ ਸੀ। ਜਿਸ ਮਾਲਕ ਦੇ ਪਾਸ ਇਸ ਨੂੰ ਵੇਚਿਆ ਗਿਆ, ਇੱਕ ਵਾਰ ਇਸ ਦਾ ਮਾਲਕ ਆਪਣੇ ਕਿਸੇ ਮਿੱਤਰ ਦੇ ਕੋਲ ਗਿਆ ਤੇ ਉਸ ਮਿੱਤਰ ਨੇ ਤੋਹਫੇ ਦੇ ਰੂਪ ਦੇ ਵਿੱਚ ਖਰਬੂਜ਼ੇ ਦਿੱਤੇ ਕਿ ਮਿੱਤਰਾ ਖਰਬੂਜ਼ੇ ਬੜੇ ਚੰਗੇ ਨੇ, ਘਰ ਵਿੱਚ ਲੈ ਜਾ, ਨਾਲੇ ਆਪ ਛਕੀ ਨਾਲੇ ਬੱਚਿਆਂ ਨੂੰ ਛਕਾਈ। ਤੇ ਲੁਕਮਾਨ ਦਾ ਜਿਹੜਾ ਮਾਲਕ ਸੀ ਖਰਬੂਜ਼ੇ ਲੈ ਕਰਕੇ ਘਰ ਵਿੱਚ ਆ ਗਿਆ। ਖਰਬੂਜ਼ੇ ਕੱਟੇ ਨੇ, ਸਹਿਤ ਪਰਿਵਾਰ ਦੇ ਛਕ ਰਿਹਾ, ਬੜੇ ਸਵਾਦਾਂ ਦੇ ਨਾਲ, ਬੜੇ ਆਨੰਦ ਦੇ ਨਾਲ, ਪਰ ਇੱਕ ਖਰਬੂਜ਼ਾ ਕੌੜਾ ਨਿਕਲਿਆ। ਹੁਣ ਲੁਕਮਾਨ ਦੇ ਮਾਲਕ ਨੇ ਸੋਚਣਾ ਕੀਤਾ, ਕੌੜਾ ਖਰਬੂਜ਼ਾ ਵਾ ਸੁੱਟਣਾ ਪਵੇਗਾ। ਮਨ ਦੇ ਵਿੱਚ ਆਈ, ਚੱਲ ਸੁੱਟਣਾ ਹੀ ਆ ਨਾ, ਲੁਕਮਾਨ ਨੂੰ ਦੇ ਦਿੰਨੇ ਆ। ਕੌੜਾ ਖਰਬੂਜ਼ਾ ਚੁੱਕ ਕਰਕੇ ਲੁਕਮਾਨ ਨੂੰ ਦੇ ਦਿੱਤਾ। ਲੁਕਮਾਨ ਲੈ, ਅਸੀਂ ਖਰਬੂਜ਼ੇ ਖਾ ਰਹੇ ਹਾਂ, ਤੂੰ ਵੀ ਖਰਬੂਜ਼ਾ ਖਾ ਲਾ। ਲੁਕਮਾਨ ਨੇ ਜਿਸ ਵੇਲੇ ਖਰਬੂਜ਼ਾ ਖਾਣਾ ਸ਼ੁਰੂ ਕੀਤਾ ਤੇ ਖਰਬੂਜ਼ਾ ਕੌੜਾ, ਪਰ ਇੰਨੇ ਸਵਾਦਾਂ ਦੇ ਨਾਲ ਰਸ ਲੈ ਲੈ ਕੇ ਖਰਬੂਜ਼ੇ ਨੂੰ ਖਾ ਰਿਹਾ ਕਿ ਮਾਲਕ ਹੈਰਾਨ ਹੋ ਗਿਆ। ਦੇਖਦਾ ਇੰਨੇ ਸਵਾਦ ਦੇ ਨਾਲ ਤੇ ਮੈਂ ਮਿੱਠਾ ਖਰਬੂਜ਼ਾ ਵੀ ਨਹੀਂ ਛਕਿਆ। ਇੰਨੇ ਸਵਾਦ ਦੇ ਨਾਲ, ਇੰਨੇ ਆਨੰਦ ਦੇ ਨਾਲ ਮੇਰੀ ਘਰ ਵਾਲੀ ਨੇ, ਮੇਰੇ ਬੱਚਿਆਂ ਨੇ ਮਿੱਠੇ ਖਰਬੂਜੇ ਵੀ ਨਹੀਂ ਛਕੇ, ਜਿੰਨੇ ਸਵਾਦ ਦੇ ਨਾਲ ਰਸ ਲੈ ਲੈ ਕੇ ਇੱਕ ਕੌੜੇ ਖਰਬੂਜੇ ਨੂੰ ਖਾਈ ਜਾਂਦਾ ਹੈ। ਤੇ ਇਸ ਵੇਲੇ ਨਹੀਂ ਰਿਹਾ ਗਿਆ ਤੇ ਪੁੱਛ ਲਿਆ, ਕਹਿਣ ਲੱਗਾ, ਲੁਕਮਾਨ ਇਹ ਖਰਬੂਜਾ ਤੇ ਕੌੜਾ ਸੀ, ਇਹਦੇ ਵਿੱਚ ਤੇ ਕੋਈ ਮਿੱਠਾ ਰਸ ਨਹੀਂ ਸੀ, ਖਰਬੂਜ਼ੇ ਵਿੱਚ ਤੇ ਮਿਠਾਸ ਨਹੀਂ ਸੀ ਕਿ ਇਸ ਨੂੰ ਰਸ ਲੈ ਲੈ ਕੇ ਸਵਾਦ ਲਾ ਲਾ ਕੇ ਖਾਇਆ ਜਾਂਦਾ, ਪਰ ਤੂੰ ਤੇ ਬੜੇ ਰਸ ਲੈ ਲੈ ਕੇ, ਬੜੇ ਸਵਾਦ ਲਾ ਲੈ ਕੇ ਖਾਣ ਡਿਆ, ਤੈਨੂੰ ਖਰਬੂਜਾ ਕੌੜਾ ਨਹੀਂ ਲੱਗਾ। ਤੇ ਸਾਧ ਸੰਗਤ ਜੀ, ਜਿਹੜਾ ਫਿਰ ਲੁਕਮਾਨ ਨੇ ਜਵਾਬ ਦਿੱਤਾ, ਆਪਣੇ ਮਾਲਕ ਦਾ ਦਿਲ ਜਿੱਤ ਲਿਆ। ਕਹਿਣ ਲੱਗਾ, ਮੇਰੇ ਮਾਲਕ, ਮੈਂ ਕੀ ਲੈਣਾ ਖਰਬੂਜੇ ਦੀ ਕੌੜ ਦੇ ਵਿੱਚੋਂ ਜਾਂ ਮਿਠਾਸ ਦੇ ਵਿੱਚੋਂ, ਮੇਰੇ ਵਾਸਤੇ ਇਹ ਗੱਲ ਮਾਇਨਾ ਨਹੀਂ ਰੱਖਦੀ ਕਿ ਖਰਬੂਜਾ ਕੌੜਾ ਹੈ ਜਾਂ ਮਿੱਠਾ। ਮੇਰੇ ਵਾਸਤੇ ਸਿਰਫ ਇਹ ਗੱਲ ਮਾਇਨਾ ਰੱਖਦੀ ਏ ਕਿ ਇਹ ਖਰਬੂਜ਼ਾ ਮੈਨੂੰ ਮੇਰੇ ਮਾਲਕ ਨੇ ਦਿੱਤਾ ਏ। ਮੇਰਾ ਮਾਲਕ ਗਿਆ ਆਪਣੇ ਮਿੱਤਰ ਦੇ ਕੋਲ, ਮੇਰਾ ਮਾਲਕ ਗਿਆ ਆਪਣੇ ਦੋਸਤ ਦੇ ਕੋਲ, ਤੇ ਮੇਰੇ ਮਾਲਕ ਦੇ ਮਿੱਤਰ ਨੇ, ਦੋਸਤ ਨੇ ਗਿਫਟ ਦਿੱਤਾ ਹੈ, ਖਰਬੂਜੇ ਤੋਹਫੇ ਦੇ ਵਿੱਚ ਦਿੱਤੇ ਨੇ, ਤੇ ਮੇਰੇ ਮਾਲਕ ਨੇ ਆਪਣੇ ਦੋਸਤ ਦੇ ਤੋਹਫੇ ਵਿੱਚੋਂ ਵੀ ਮੇਰਾ ਹਿੱਸਾ ਕੱਢਿਆ। ਮੈਨੂੰ ਤੇ ਇਸ ਗੱਲ ਦੀ ਬੜੀ ਖੁਸ਼ੀ ਹੈ, ਮੇਰੇ ਮਾਲਕ ਨੇ ਮੈਨੂੰ ਭੁਲਾਇਆ ਨਹੀਂ। ਖਰਬੂਜਾ ਕੌੜਾ ਹੈ ਜਾਂ ਮਿੱਠਾ ਮੇਰੇ ਵਾਸਤੇ ਮਾਇਨਾ ਨਹੀਂ ਰੱਖਦਾ, ਮੇਰੇ ਵਾਸਤੇ ਇਹ ਗੱਲ ਮਾਇਨਾ ਰੱਖਦੀ ਹੈ, ਮੇਰੇ ਮਾਲਕ ਨੇ ਆਪਣੇ ਤੋਹਫੇ ਵਿੱਚੋਂ ਵੀ ਮੇਰਾ ਹਿੱਸਾ ਕੱਢਿਆ, ਮੈਨੂੰ ਭੁਲਾਇਆ ਨਹੀਂ। ਜਿਸ ਵੇਲੇ ਇਹ ਗੱਲ ਲੁਕਮਾਨ ਹਕੀਮ ਦੀ ਜ਼ੁਬਾਨ ਤੋਂ ਮਾਲਕ ਨੇ ਸੁਣੀ ਨਾ, ਤੇ ਅੱਖਾਂ ਵਿੱਚ ਜਲ ਆ ਗਿਆ, ਪਾਣੀ ਭਰ ਆਇਆ। ਕਹਿਣ ਲੱਗਾ, ਲੁਕਮਾਨ ਤੂੰ ਗੁਲਾਮ ਬਣਾ ਕਰਕੇ ਰੱਖਣ ਦੇ ਯੋਗ ਨਹੀਂ, ਤੂੰ ਸੁਤੰਤਰ ਕਰਨੇ ਦੇ ਯੋਗ ਹੈ। ਚੱਲ ਤੈਨੂੰ ਅੱਜ ਤੋਂ ਸੁਤੰਤਰ ਕੀਤਾ, ਅੱਜ ਤੋਂ ਤੂੰ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ, ਅੱਜ ਤੋਂ ਤੂੰ ਮੇਰਾ ਗੁਲਾਮ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਦੋਂ ਅਸੀਂ ਆਪਣੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਾਸ ਬਣ ਜਾਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਚਾਹੇ ਸਰੀਰ ਤੇ ਦੁੱਖ ਆ ਗਿਆ ਹੈ, ਚਾਹੇ ਸੁੱਖ ਆ ਗਿਆ ਹੈ, ਅਸੀਂ ਕੀ ਲੈਣਾ ਦੁੱਖ ਅਤੇ ਸੁੱਖ ਚੋਂ। ਜੇ ਦੁੱਖ ਆ ਗਿਆ ਤੇ ਤਾਂ ਵੀ ਤੁਹਾਡੀ ਦਾਤ, ਤੇ ਮਹਾਰਾਜ ਜੇ ਸੁੱਖ ਬਖਸ਼ ਦਿੱਤਾ ਤੇ ਤਾਂ ਵੀ ਆਪ ਜੀ ਦੀ ਬਖਸ਼ਿਸ਼। ਜਦੋਂ ਇਸ ਪ੍ਰਕਾਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ।
ਸੱਚੇ ਪਾਤਸ਼ਾਹ ਸਾਡੇ ਵਾਸਤੇ ਉਹੋ ਜੀ ਮਿੱਟੀ ਤੇ ਉਹੋ ਜਿਹਾ ਸੋਨਾ। ਜੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਸੋਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕਦੇ ਨੇ, ਇਹ ਸੋਨੇ ਨੂੰ ਤੇ ਮਿੱਟੀ ਨੂੰ ਬਰਾਬਰ ਕਰਕੇ ਜਾਣਦਾ ਹੈ। ਇਹ ਦੁੱਖ ਅਤੇ ਸੁੱਖ ਦੇ ਵਿੱਚ ਸਮਬਿਰਤੀ ਰੱਖ ਕਰਕੇ ਨਾਮ ਜਪਦਾ ਹੈ। ਇਹ ਸੁੱਖ ਦੇ ਵਿੱਚ ਵੀ ਸ਼ੁਕਰਾਨਾ ਕਰਦਾ ਰਹਿੰਦਾ ਹੈ, ਦੁੱਖ ਦੇ ਵਿੱਚ ਵੀ ਬੰਦਗੀ ਕਰਦਾ ਰਹਿੰਦਾ ਹੈ। ਤੇ ਜਿਵੇਂ ਲੁਕਮਾਨ ਦੇ ਮਾਲਕ ਨੇ ਫਿਰ ਉਸ ਨੂੰ ਮੁਕਤ ਕਰ ਦਿੱਤਾ ਨਾ, ਤੂੰ ਗੁਲਾਮ ਬਣਾਉਣੇ ਦੇ ਯੋਗ ਨਹੀਂ, ਤੈਨੂੰ ਸੁਤੰਤਰ ਕੀਤਾ। ਤੇ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ 84 ਲੱਖ ਜੂਨੀਆਂ ਚੋਂ ਸੁਤੰਤਰ ਕਰ ਦਿੰਦੇ ਨੇ। ਹੁਣ ਤੂੰ 84 ਲੱਖ ਦੇ ਬੰਧਨਾਂ ਵਿੱਚ ਬੰਧਨੇ ਦੇ ਯੋਗ ਨਹੀਂ, ਸਿਖਾ ਤੈਨੂੰ ਮੁਕਤ ਕੀਤਾ, ਤੂੰ ਭਾਣਾ ਜੋ ਮਿੱਠਾ ਕਰਕੇ ਮੰਨ ਲਿਆ। ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਨੇ, ਵਾਹਿਗੁਰੂ ਜੀ ਦੇ ਸੰਤ ਨੇ, ਵਾਹਿਗੁਰੂ ਜੀ ਦੇ ਚਾਕਰ ਨੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਐਸੇ ਠਾਕੁਰ ਜੀ ਨੂੰ, ਸਾਹਿਬ ਜੀ ਨੂੰ ਜਿਹੜੇ ਮਾਲਕ ਜਾਣ ਕੇ ਸਦਾ ਦਾਸਾ ਭਾਵ ਨੂੰ ਧਾਰਨ ਕਰਕੇ ਰੱਖਦੇ ਨੇ। ਹਰ ਕੇ ਦਾਸ ਕੇ ਚਰਨ ਨਮਸਕਾਰ ਹੋ। ਪਿਆਰਿਓ, ਐਸੇ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਸਦਾ ਨਮਸਕਾਰ ਕਰੋ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗੇ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇੱਕ ਵਾਰ ਨਹੀਂ, ਸਦਾ ਸਦਾ ਹੀ ਨਮਸਕਾਰ ਕਰੋ। ਤੇ ਕਈ ਵਾਰ ਕਈਆਂ ਦੇ ਮਨ ਵਿੱਚ ਬੜਾ ਡਾਊਟ ਆ ਜਾਂਦਾ, ਸ਼ੰਕਾ ਆ ਜਾਂਦਾ ਜੀ, ਸੀਸ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਉਣਾ ਹੈ। ਤੇ ਹਜ਼ੂਰ ਦਾ ਫਰਮਾਨ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਭਾਈ ਸਾਧੂ ਮਹਾਤਮਾ ਨੂੰ ਅੰਜਲੀ, ਅੰਜਲ ਤੋਂ ਭਾਵ ਹੈ ਬੁੱਕ, ਬੁੱਕ ਤੋਂ ਭਾਵ ਲੈਣਾ ਹੱਥ। ਦੋਵੇਂ ਹੱਥ ਜੋੜ ਕਰਕੇ ਖੜਿਆਂ ਖਲੋਤਿਆਂ ਸੀਸ ਝੁਕਾ ਦਈਏ ਤੇ ਵੱਡਾ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਤੇ ਜੇ ਡੰਡੇ ਵੱਤ ਸਿੱਧੇ ਚਰਨਾਂ ਤੇ ਪੈ ਕਰਕੇ ਨਮਸਕਾਰੀਏ ਤੇ ਨਮਸਕਾਰ ਕਰਨਾ ਕਰੀਏ ਤੇ ਉਸ ਤੋਂ ਵੀ ਵੱਡਾ ਪੁੰਨ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਨੇ, ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ। ਬਾਬਾ ਆਨੰਦ ਸਿੰਘ ਸਾਹਿਬ ਜੀ ਵਾਂਗੂ ਸਤਕਾਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ, ਦਰਸ਼ਨ ਹੀ ਜਿਨ੍ਹਾਂ ਦੇ ਜੀਵਨ ਦਾ ਆਧਾਰ ਹੈ, ਬੰਦਗੀ ਹੀ ਜਿਨ੍ਹਾਂ ਦੇ ਜੀਵਨ ਦਾ ਮੂਲ ਅਤੇ ਪੂੰਜੀ ਹੈ। ਐਸੇ ਸੰਤ ਮਹਾਤਮਾ ਜਿਹੜੇ ਜੁੜੇ ਹੋਏ ਨੇ, ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੈ। ਪਿਆਰਿਓ, ਤਿੰਨਾਂ ਨਾਮ ਰਸੀਆਂ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮਹਾਤਮਾ ਦੇ ਚਰਨ ਕਮਲਾਂ ਦੇ ਉੱਪਰ ਨਮਸਕਾਰ ਕਰਨਾ ਕਰੋ। ਸਾਸ ਸਾਸ ਪ੍ਰਭ ਮਨ ਹੈ ਸੰਭਾਲੇ। हे ਸਿੱਖੋ, ਐਸੇ ਮਹਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਿਤੇ ਭੁੱਲ ਨਾ ਜਾਵੇ। ਹਰ ਇੱਕ ਸਾਹ ਦੇ ਨਾਲ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲਣਾ ਕਰੋ। ਜੇ ਸਾਧੂ ਜਨਾਂ ਨੂੰ ਨਮਸਕਾਰ ਤੇ ਕਰਨੀ ਹੈ, ਚਰਨਾਂ ਦੀ ਸ਼ਰਨ ਵਿੱਚ ਤੇ ਰਹਿਣਾ, ਰਹਿ ਕੇ ਕਰੀਏ ਕੀ। ਤੇ ਹਜ਼ੂਰ ਫਰਮਾਉਂਦੇ ਨੇ, ਆਉਂਦੇ ਹੋਏ ਸਵਾਸ ਦੇ ਨਾਲ, ਜਾਂਦੇ ਹੋਏ ਸਵਾਸ ਦੇ ਨਾਲ, ਹਰ ਵੇਲੇ ਪ੍ਰਭੂ ਜੀ ਦੇ ਨਾਮ ਦੀ ਸੰਭਾਲ ਕਰੋ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ, ਬੰਦਗੀ ਕਰੋ ਜੀ। ਸੋ ਧਨ ਸੰਚਹੁ ਜੋ ਚਾਲੈ ਨਾਲੇ। ਤੇ ਵਾਹਿਗੁਰੂ ਜੀ ਦਾ ਨਾਮ ਰੂਪੀ ਜਿਹੜਾ ਧਨ ਹੈ, ਨਾਮ ਰੂਪੀ ਦੌਲਤ ਹੈ, ਨਾਮ ਰੂਪੀ ਖਜ਼ਾਨਾ ਹੈ, ਹਿਰਦੇ ਦੇ ਅੰਦਰ ਸੰਚੋ ਇਕੱਤਰ ਕਰ ਲਵੋ, ਭਰ ਲਓ ਇਸ ਨੂੰ ਲਬਾ ਲਬ। ਜੋ ਚਾਲੈ ਨਾਲੇ, ਜਿਹੜਾ ਵਾਹਿਗੁਰੂ ਜੀ ਦਾ ਨਾਮ ਰੂਪੀ ਖਜ਼ਾਨਾ, ਨਾਮ ਰੂਪੀ ਧਨ, ਨਾਮ ਰੂਪੀ ਦੌਲਤ ਅੰਤਮ ਸਮੇਂ ਨਾਲ ਚੱਲਦੀ ਹੈ, ਨਾਲ ਜਾਂਦੀ ਹੈ। ਜਿੱਥੇ ਮਾਤਾ ਪਿਤਾ ਭੈਣ ਭਰਾ ਸੰਬੰਧੀ ਰਿਸ਼ਤੇਦਾਰ ਕੋਈ ਵੀ ਨਾਲ ਨਹੀਂ ਜਾਂਦਾ ਹੈ, ਜਿੱਥੇ ਜੜ ਮਾਇਆ ਚੇਤਨ ਮਾਇਆ ਅਰਥਾਤ ਕੋਈ ਪਦਾਰਥ ਵੀ ਨਾਲ ਨਹੀਂ ਜਾਂਦਾ ਹੈ, ਉਥੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਨਾਲ ਦਰਗਾਹ ਦੇ ਵਿੱਚ ਜਾਂਦਾ ਹੈ। ਐਸੇ ਨਾਮ ਧਨ ਨੂੰ ਭਾਈ ਆਪਣੇ ਹਿਰਦੇ ਦੇ ਅੰਦਰ ਸੰਚੋ, ਇਕੱਤਰ ਕਰ ਲਵੋ, ਇਕੱਠਾ ਕਰ ਲਵੋ। ਸੋ ਧਨ ਸੰਚਹੁ ਜੋ ਚਾਲੈ ਨਾਲੇ। ਪਿਆਰਿਓ, ਐਸਾ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਇਕੱਤਰ ਕਰ ਲਵੋ, ਜਿਹੜਾ ਅੰਤਮ ਸਮੇਂ ਦਰਗਾਹ ਦੇ ਵਿੱਚ ਵੀ ਨਾਲ ਜਾਂਦਾ ਹੈ, ਸੱਚਖੰਡ ਵਿੱਚ ਨਾਲ ਨਿਭਦਾ ਹੈ। ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ। हे ਸੱਚੇ ਸਾਹਿਬ ਜੀ, ਗਰੀਬ ਨਿਵਾਜ ਸਾਹਿਬ ਜੀਓ, ਜਦੋਂ ਕਿ ਨਾਮ ਇਤਨੀ ਵੱਡੀ ਦਾਤ ਹੈ, ਫਿਰ ਸਾਰੇ ਹੀ ਨਾਮ ਰੂਪੀ ਧਨ ਨੂੰ ਇਕੱਠਾ ਕਿਉਂ ਨਹੀਂ ਕਰ ਲੈਂਦੇ? ਸਾਰੇ ਹੀ ਨਾਮ ਕਿਉਂ ਨਹੀਂ ਜਪ ਲੈਂਦੇ ਹਨ ਜੀ?
ਤਾਂ ਗਰੀਬ ਨਿਵਾਜ ਸਾਹਿਬ ਜੀ ਸ੍ਰੀ ਕੰਠ ਚੋਂ ਪ੍ਰਵਚਨ ਫਰਮਾਉਂਦੇ ਨੇ, ਪਿਆਰਿਓ ਇਹ ਵੱਡੀ ਭਾਰੀ ਦਾਤ ਹੈ ਤੇ ਵੱਡੀ ਭਾਰੀ ਦਾਤ ਸਭਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਤੇ ਸੇ ਪ੍ਰਾਪਤ ਜਿਸ ਮਸਤਕ ਭਾਗ, ਇਹ ਨਾਮ ਦੀ ਦਾਤ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਕਰਕੇ ਜਪਣੀ ਉਸੇ ਨੂੰ ਮਿਲਦੀ ਹੈ ਜਿਸ ਦੇ ਮਸਤਕ ਦੇ ਸ੍ਰੇਸ਼ਟ ਭਾਗ ਨਿਸ਼ਕਾਮ ਕਰਮ ਪੂਰਬਲੇ ਕਰਮਾਂ ਦੇ ਫਲ ਦੇਣ ਵਾਸਤੇ ਉਦੈ ਹੋਏ ਨੇ। ਮੱਥੇ ਦੇ ਸ੍ਰੇਸ਼ਟ ਭਾਗ ਜਿਸ ਦੇ ਜਾਗ ਪਏ ਉਸੇ ਨੂੰ ਪੂਰੇ ਸਤਿਗੁਰੂ ਜੀ ਦੀ ਸੰਗਤ ਚੋਂ ਨਾਮ ਪ੍ਰਾਪਤ ਹੋਇਆ ਹੈ। ਤੇ ਉਹੀ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਪ੍ਰਾਪਤ ਕਰਕੇ ਨਾਮ ਦਾ ਸਿਮਰਨ ਕਰਦੇ ਨੇ, ਹਿਰਦੇ ਦੇ ਅੰਦਰ ਨਾਮ ਨੂੰ ਇਕੱਤਰ ਕਰਦੇ ਹਨ ਜੀ। ਕਹੂ ਨਾਨਕ ਤਾਂ ਕੀ ਚਰਣੀ ਲਾਗ। ਇਸ ਕਰਕੇ ਗੁਰਸਿੱਖੋ, ਜਿਹੜੇ ਨਾਮ ਦੇ ਦਾਤੇ ਪੂਰੇ ਸਤਿਗੁਰੂ ਜੀ ਨੇ, ਤੇ ਇਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਣੀ ਲੱਗਣਾ ਕਰੋ। ਜਿਨ੍ਹਾਂ ਸਾਧੂ ਮਹਾਤਮਾ ਨੇ ਸਤਿਗੁਰੂ ਜੀ ਦੇ ਪਾਸੋਂ ਨਾਮ ਪ੍ਰਾਪਤ ਕਰਕੇ ਹਿਰਦੇ ਦੇ ਅੰਦਰ ਲਬਾ ਲਬ ਭੰਡਾਰੇ ਭਰ ਲਏ ਨੇ, ਅੰਤਰ ਆਤਮੇ ਹੀ ਨਾਮ ਰੂਪੀ ਤੀਰਥ ਦੇ ਅੰਦਰ ਸਦਾ ਇਸ਼ਨਾਨ ਕਰਦੇ ਨੇ। ਅੰਤਰਗਤ ਤੀਰਥ ਮਲ ਨਾਓ। ਐਸੇ ਜੋ ਸੰਤ ਜਨ ਮਹਾਤਮਾ ਹਨ, ਤਾਕੀ ਚਰਣੀ ਲਾਗ, ਤਿੰਨਾਂ ਦੀ ਚਰਣੀ ਲੱਗ ਕਰਕੇ, ਭਾਵ ਤਿੰਨਾਂ ਦੀ ਸ਼ਰਨ ਦੇ ਵਿੱਚ ਸੰਗਤ ਵਿੱਚ ਰਹਿ ਕਰਕੇ ਸਦਾ ਹੀ ਨਾਮ ਨੂੰ ਜਪਣਾ ਕਰੋ। ਨਾਮ ਹਿਰਦੇ ਦੇ ਵਿੱਚ ਵਸ ਜਾਵੇਗਾ, ਹਿਰਦਾ ਇਕਾਗਰ ਹੋ ਜਾਵੇਗਾ, ਹਿਰਦਾ ਨਿਰਵਿਕਾਰ ਹੋ ਜਾਵੇਗਾ, ਜੀਵਨ ਉੱਚੇ ਸੁੱਚੇ ਅਖਲਾਕ ਵਾਲਾ ਹੋ ਜਾਵੇਗਾ, ਨਾਮ ਰਸ ਦੇ ਨਾਲ ਭਰਪੂਰ ਹੋ ਜਾਵੇਗਾ, ਨਾਮ ਦਾ ਅੰਮ੍ਰਿਤ ਰਸ ਹਿਰਦੇ ਦੇ ਅੰਦਰ ਛਾ ਜਾਵੇਗਾ, ਨੇਤਰ ਬੰਦਗੀ ਦੇ ਨਾਲ ਨਾਮ ਰਸ ਦੇ ਨਾਲ ਭਰਪੂਰ ਹੋ ਜਾਣਗੇ। ਰੋਮ ਰੋਮ ਮਹਿ ਬਸੈ ਮੁਰਾਰ, ਰੋਮ ਰੋਮ ਦੇ ਨਾਲ ਨਾਮ ਜਪਣ ਦੀ ਅਵਸਥਾ ਪ੍ਰਾਪਤ ਹੋਵੇਗੀ। ਐਸੇ ਸੰਤ ਜਨਾਂ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਸਦਾ ਨਾਮ ਨੂੰ ਜਪਦੇ ਰਹੋ, ਤਾਂ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ। ਇਸ ਪ੍ਰਕਾਰ ਸਤਿਗੁਰੂ ਜੀ ਨੇ ਗੁਰਸਿੱਖਾਂ ਦੀਆਂ ਬੇਨਤੀਆਂ ਦੇ ਜੋ ਜਵਾਬ ਹਨ, ਅੰਮ੍ਰਿਤ ਬਚਨਾਂ ਦੁਆਰਾ ਫਰਮਾਵਣਾ ਕੀਤੇ। ਗੌੜੀ ਮਹੱਲਾ ਪੰਜਵਾ। ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਗਰੀਬ ਨਿਵਾਜ ਸਾਹਿਬ ਜੀ, ਪੂਰੇ ਸਤਿਗੁਰੂ ਜੀ ਗੁਰਸਿੱਖ ਦੇ ਉੱਪਰ ਹੋਰ ਕੀ ਪਰਉਪਕਾਰ ਕਰਦੇ ਨੇ। ਨਾਮ ਦੀ ਦਾਤ ਦਿੰਦੇ ਨੇ, ਵਾਹਿਗੁਰੂ ਜੀ ਨਾਲ ਮੇਲ ਲੈਂਦੇ ਨੇ, ਜੰਮਣ ਮਰਨ ਕੱਟ ਦਿੰਦੇ ਨੇ। ਮਹਾਰਾਜ ਹੋਰ ਕੀ ਪਰਉਪਕਾਰ ਪੂਰੇ ਸਤਿਗੁਰੂ ਜੀ ਗੁਰਸਿੱਖ ਦੇ ਉੱਪਰ ਕਰਦੇ ਨੇ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਜ਼ੁਬਾਨੇ ਪਾਕ ਚੋਂ ਗੌੜੀ ਮਹੱਲਾ ਪੰਜਵਾਂ ਦੇ ਸਰਲੇਖ ਰਾਹੀਂ ਪਾਵਨ ਉਪਦੇਸ਼ ਫਰਮਾ ਰਹੇ ਹਨ ਜੀ। ਸੂਕੇ ਹਰੇ ਕੀਏ ਖਿਨ ਮਾਹੇ। ਹੇ ਸਿੱਖੋ, ਜਿਹੜੇ ਜੀਵਾਂ ਦੇ ਜਗਿਆਸੂਆਂ ਦੇ ਹਿਰਦੇ ਨੇ ਨਾ, ਇਹ ਨਾਮ ਜਲ ਨੂੰ ਨਾ ਪ੍ਰਾਪਤ ਕਰਨੇ ਕਰਕੇ ਸੁੱਕੇ ਹੋਏ ਨੇ, ਖੁਸ਼ਕ ਹਿਰਦੇ ਨੇ, ਪ੍ਰੇਮ ਵਿਹੂਣੇ ਹਿਰਦੇ ਨੇ। ਤੇ ਸਾਧ ਸੰਗਤ ਜੀ, ਜਿਹੜਾ ਹਿਰਦਾ ਖੁਸ਼ਕ ਹੁੰਦਾ ਹੈ, ਸੁੱਕਾ ਹੁੰਦਾ ਹੈ, ਪ੍ਰੇਮ ਵਿਹੂਣਾ ਹੁੰਦਾ ਨਾ, ਜੇ ਉਸ ਹਿਰਦੇ ਦੇ ਅੰਦਰ ਗਿਆਨ ਵੀ ਆ ਜਾਵੇ ਤੇ ਉਹ ਜਿਹੜਾ ਗਿਆਨ ਹੈ ਨਾ, ਜ਼ਿਆਦਾਤਰ ਨੁਕਸਾਨਦਾਇਕ ਹੋ ਜਾਂਦਾ ਹੈ। ਕਿਉਂਕਿ ਉਹ ਗਿਆਨ ਕੇਵਲ ਤਰਕਾਂ ਪੈਦਾ ਕਰਦਾ ਹੈ, ਬੰਦਗੀ ਪੈਦਾ ਨਹੀਂ ਕਰਦਾ। ਕਿਉਂਕਿ ਪਿਆਰ ਨਹੀਂ ਹੈ ਨਾ, ਪਿਆਰ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ। ਹਜ਼ੂਰ ਤਾਂ ਹੀ ਤਾਂ ਫਰਮਾਵਣਾ ਕਰਦੇ ਨੇ, ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਹਿਰਦੇ ਦੇ ਅੰਦਰ ਪ੍ਰੇਮ ਹੈ, ਜੇ ਉਸ ਦੇ ਪਾਸ ਬਹੁਤ ਜ਼ਿਆਦਾ ਗਿਆਨ ਦਾ ਭੰਡਾਰਾ ਨਹੀਂ, ਉਹ ਬੰਦਗੀ ਕਰਕੇ ਤਾਂ ਵੀ ਮੁਕਤ ਹੋ ਜਾਵੇਗਾ। ਪਰ ਕਿਸੇ ਦੇ ਕੋਲ ਗਿਆਨ ਤੇ ਬਹੁਤ ਹੋਵੇ, ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਵੀ ਹੋਣ, ਪਰ ਹਿਰਦੇ ਦੇ ਅੰਦਰ ਪਿਆਰ ਹੀ ਨਹੀਂ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਉਹ ਰੱਬ ਦੀ ਪ੍ਰਾਪਤੀ ਤੋਂ ਵਿਰਵਾ ਹੀ ਰਹਿ ਜਾਂਦਾ ਹੈ, ਵਾਂਝਾ ਹੀ ਰਹਿ ਜਾਂਦਾ ਹੈ। ਉਹ ਪ੍ਰੇਮਾ ਭਗਤੀ ਕਰ ਹੀ ਨਹੀਂ ਪਾਉਂਦਾ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਤੇ ਜਿਹੜੇ ਤਰਕਵਾਦੀ ਪ੍ਰੇਮ ਜਲ ਤੋਂ ਬਿਨਾ ਖੁਸ਼ਕ ਹਿਰਦੇ ਨੇ ਨਾ ਸਾਧ ਸੰਗਤ ਜੀ, ਉਹਨਾਂ ਹਿਰਦਿਆਂ ਦੇ ਅੰਦਰ ਪ੍ਰੇਮ ਰੂਪੀ ਜੜ ਨਹੀਂ ਲੱਗੀ ਹੈ, ਅਥਵਾ ਤਿਸ ਦੇ ਵਿੱਚ ਸ਼ਰਧਾ ਰੂਪੀ ਜਲ ਵੀ ਨਹੀਂ ਭਰਿਆ ਹੈ। ਸਤ ਸੰਤੋਖ ਦੇ ਪੱਤਰੇ ਨਿਕਲੇ ਹੀ ਨਹੀਂ, ਧਰਮ ਰੂਪੀ ਫੁੱਲ ਅਤੇ ਗਿਆਨ ਰੂਪੀ ਫਲ ਹਿਰਦੇ ਦੇ ਅੰਦਰ ਪ੍ਰਾਪਤ ਹੋਇਆ ਹੀ ਨਹੀਂ। ਤੇ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਨਾਮ ਜਲ ਦੇ ਨਾਲ ਪਹਿਲਾਂ ਤੇ ਖੁਸ਼ਕ ਹਿਰਦੇ ਨੂੰ ਸਿੰਜ ਦਿੰਦੇ ਨੇ। ਜਿਵੇਂ ਪ੍ਰਤੱਖ ਖੇਤਾਂ ਦੇ ਵਿੱਚ ਫਸਲ ਬੀਜੀ ਜਾਂਦੀ ਏ, ਤੇ ਜੇ ਜ਼ਮੀਨ ਬਿਲਕੁਲ ਖੁਸ਼ਕ ਹੋਵੇ, ਕਿਸੇ ਪ੍ਰਕਾਰ ਜਲ ਪਹੁੰਚਿਆ ਹੀ ਨਾ ਹੋਵੇ, ਵਰਖਾ ਹੋਈ ਨਾ ਹੋਵੇ, ਪਾਣੀ ਲਗਾਇਆ ਹੀ ਨਾ ਹੋਵੇ, ਜ਼ਮੀਨ ਦਾ ਬੱਤਰ ਨਹੀਂ ਬਣਦਾ, ਉਸ ਦੇ ਵਿੱਚ ਬੀਜ ਨਹੀਂ ਬੀਜਿਆ ਜਾਂਦਾ। ਤੇ ਜੇ ਬੀਜ ਬੀਜ ਦਈਏ ਤੇ ਫਿਰ ਵਿਅਰਥ ਜਾਂਦਾ ਹੈ, ਕਿਉਂਕਿ ਬੱਤਰ ਨਹੀਂ ਬਣਿਆ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਹਿਰਦੇ ਰੂਪੀ ਭੂਮੀ ਦਾ ਪਹਿਲਾਂ ਵੱਤਰ ਬਣਾ ਦਿੰਦੇ ਨੇ। ਜਿਹੜੇ ਪ੍ਰੇਮ ਅਤੇ ਨਾਮ ਤੇ ਵਿਹੂਣੇ ਖੁਸ਼ਕ ਹਿਰਦੇ ਨੇ, ਸਤਿਗੁਰੂ ਜੀ ਸੂਕੇ ਹਰੇ ਕੀਏ ਖਿਨ ਮਾਹੇ, ਨਾਮ ਰੂਪੀ ਜਲ ਦੇ ਕਰਕੇ ਅਥਵਾ ਪ੍ਰੇਮ ਰੂਪੀ ਜਲ ਦੇ ਕਰਕੇ ਪਹਿਲਾਂ ਹਿਰਦਿਆਂ ਨੂੰ ਸਿੰਜ ਦੇਣਾ ਕਰਦੇ ਨੇ। ਸੋ ਇਸੇ ਹੀ ਪ੍ਰਕਾਰ ਸੂਕੇ ਹਰੇ ਕੀਏ ਖਿਨ ਮਾਹੇ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਲ ਇੱਕ ਨਗਰ ਹੈ ਵੇਰਕਾ। ਵੇਰਕੇ ਨਗਰ ਪਹੁੰਚੇ ਨੇ। ਛੋਟੀ ਜੀ ਢਾਬ ਹੈ। ਗਰੀਬ ਨਵਾਜ ਸਾਹਿਬ ਜੀ ਨੇ ਤਿਸ ਦੇ ਵਿੱਚ ਇਸ਼ਨਾਨ ਕੀਤਾ ਹੈ। ਕੰਢੇ ਤੇ ਸੁੰਦਰ ਰਮਣੀਕ ਦਰਖਤ ਦੀ ਛਾਇਆ ਦੇਖ ਕਰਕੇ ਗਰੀਬ ਨਿਵਾਜ ਸਾਹਿਬ ਜੀ ਸੱਜ ਗਏ ਨੇ। ਨਗਰ ਦੇ ਵਿੱਚ ਇੱਕ ਮਾਈ ਹੈ, ਪਤਾ ਲੱਗਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਰਸ਼ਨ ਬਖਸ਼ ਰਹੇ ਨੇ। ਉਸ ਦੇ ਬੇਟੇ ਨੂੰ ਸੋਕੜੇ ਦਾ ਰੋਗ ਸੀ, ਸੋਕਾ ਪਿਆ ਹੋਇਆ ਸੀ ਸਰੀਰ ਨੂੰ। ਉਸ ਮਾਤਾ ਨੇ ਉਸ ਸੋਕੜੇ ਵਾਲੇ ਰੋਗ ਦੇ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਉਠਾਇਆ ਹੈ। ਉਚਾ ਕਰਕੇ ਲਿਆ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼੍ਰੀ ਚਰਨਾਂ ਦੇ ਵਿੱਚ ਲਿਟਾ ਦਿੱਤਾ ਹੈ। ਗਰੀਬ ਨਿਵਾਜ ਸਾਹਿਬਾਂ ਦੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮਸਤਕ ਟੇਕਿਆ ਹੈ। ਦੋਵੇਂ ਹੱਥ ਜੋੜੇ ਨੇ ਤੇ ਬੜੇ ਆਜ਼ਜੀ ਹੋ ਕਰਕੇ ਬੇਨਤੀ ਕਰਨਾ ਕੀਤੀ, ਗਰੀਬ ਨਿਵਾਜ ਮੈਂ ਇੱਕ ਦੁਖਿਆਰੀ ਮਾਂ ਹਾਂ। ਮੇਰੇ ਬੱਚੇ ਨੂੰ ਸਾਹਿਬ ਇਹ ਸੋਕੜੇ ਦਾ ਰੋਗ ਲੱਗਾ ਹੋਇਆ, ਬੱਚੇ ਦਾ ਸਰੀਰ ਸੁੱਕ ਗਿਆ ਹੈ। ਆਪ ਜੀ ਕਿਰਪਾ ਕਰੋ, ਮੇਰੇ ਬੱਚੇ ਨੂੰ ਹਰਿਆ ਭਰਿਆ ਕਰ ਦਿਓ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਹੈ ਬੀਬੀ ਇਸ ਢਾਬ ਦੇ ਵਿੱਚ ਅਸਾਂ ਨੇ ਇਸ਼ਨਾਨ ਕੀਤਾ ਹੈ, ਬੱਚੇ ਨੂੰ ਵੀ ਇਸ਼ਨਾਨ ਕਰਵਾ ਕੇ ਲੈ ਕੇ ਆ। ਜਿਸ ਵੇਲੇ ਉਸ ਬੀਬੀ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੂੰ ਮੰਨਣਾ ਕੀਤਾ, ਇਸ਼ਨਾਨ ਕਰਵਾਇਆ, ਫਿਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਲੈ ਕਰਕੇ ਆਈ ਹੈ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ। ਤੇ ਦ੍ਰਿਸ਼ਟੀ ਪੈਂਦਿਆਂ ਸਾਰ ਜਿਹੜਾ ਬੱਚਾ ਸੀ 9 ਹੋ ਗਿਆ, ਸਰੀਰ ਪ੍ਰਫੁੱਲਤ ਹੋ ਗਿਆ, ਸੋਕੜੇ ਦਾ ਰੋਗ ਜਿਹੜਾ ਸੀ ਬਿਲਕੁਲ ਹਟ ਗਿਆ, ਸਰੀਰ ਦੇ ਅੰਗ ਸਾਰੇ ਜਿਹੜੇ ਸਨ ਨਵੇਂ ਨਿਰੋਏ ਹੋ ਗਏ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੂਕੇ ਹਰੇ ਕੀਏ ਖਿਨ ਮਾਹੇ, ਖਿਨ ਮਾਤਰ ਸਮੇਂ ਦੇ ਅੰਦਰ ਹੀ ਸੋਕੜੇ ਦੇ ਰੋਗ ਦੇ ਨਾਲ ਸੁੱਕੇ ਹੋਏ ਬੱਚੇ ਦੇ ਸਰੀਰ ਨੂੰ ਹਰਿਆ ਕਰ ਦੇਣਾ ਕੀਤਾ ਹੈ। ਸੋ ਇਸੇ ਹੀ ਪ੍ਰਕਾਰ ਸੂਕੇ ਹਰੇ ਕੀਏ ਖਿਨ ਮਾਹੇ। ਭਾਈ ਮਾਧੋ ਦਾਸ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੰਤ ਜੋ ਕਸ਼ਮੀਰ ਵਿੱਚ ਕਥਾ ਕਰਿਆ ਕਰਦੇ ਸਨ। ਇੱਕ ਸਮੇਂ ਕਿਸੇ ਦੀ ਚੋਰੀ ਹੋ ਗਈ। ਰਾਜੇ ਨੇ ਚੋਰ ਲੱਭਣ ਦਾ ਬੜਾ ਯਤਨ ਕੀਤਾ, ਨਹੀਂ ਲੱਭੇ। ਆਖਰਕਾਰ ਫਰਮਾਨ ਜਾਰੀ ਕਰ ਦਿੱਤਾ, 12 ਵਜੇ ਤੋਂ ਬਾਅਦ ਰਾਤ ਨੂੰ ਕੋਈ ਬਾਹਰ ਨਾ ਨਿਕਲੇ। ਜਿਹੜਾ 12 ਵਜੇ ਤੋਂ ਬਾਹਰ ਰਾਤ ਫਿਰਦਾ ਫੜਿਆ ਗਿਆ, ਸੂਲੀ ਚਾੜ ਦਿੱਤਾ ਜਾਵੇਗਾ। ਭਾਈ ਮਾਧੋ ਦਾਸ ਜੀ ਕਥਾ ਕਰਿਆ ਕਰਦੇ, ਸੰਗਤ ਨੇ ਬੇਨਤੀ ਕੀਤੀ, ਮਹਾਰਾਜ 11 ਕੁ ਵਜੇ ਸਮਾਪਤੀ ਕਰ ਦਿਆ ਕਰੋ, ਜਿਹੜਾ 12 ਵਜੇ ਤੋਂ ਪਹਿਲਾਂ ਘਰ ਪਹੁੰਚਿਆ ਕਰੀਏ। ਪਰ ਇੱਕ ਦਿਨ ਗੁਰੂ ਪਿਆਰ ਦਾ ਪ੍ਰਕਰਨ ਐਸਾ ਚੱਲਿਆ ਕਿ ਸਮਾਂ ਵੱਧ ਹੋ ਗਿਆ। 11 ਹੋ ਗਏ, 11:15 ਹੋ ਗਏ, 11:30 ਹੋ ਗਏ, 12 ਵੀ ਵੱਜ ਗਏ। ਪਰ ਭਾਈ ਮਾਧੋ ਦਾਸ ਜੀ ਕਥਾ ਅਜੀ ਵੀ ਕਰੀ ਹੀ ਜਾਂਦੇ ਨੇ। ਇੱਕ ਇੱਕ ਕਰਕੇ ਸਾਰੀ ਸੰਗਤ ਉੱਠ ਕੇ ਚਲੀ ਗਈ। ਪਰ ਇੱਕ ਗੁਰਸਿੱਖ ਜਿਸ ਦਾ ਨੇਮ ਸੀ, ਜਦ ਤੱਕ ਸਮਾਪਤੀ ਨਹੀਂ ਸੀ ਹੁੰਦੀ ਨਹੀਂ ਸੀ ਘਰ ਜਾਂਦਾ। ਸਮਾਪਤੀ ਹੋਈ ਏ, ਵਕਤ 12 ਵਜੇ ਤੋਂ ਜ਼ਿਆਦਾ ਦਾ ਹੋ ਗਿਆ। ਰਾਜੇ ਦੇ ਸਿਪਾਹੀਆਂ ਨੇ ਪਕੜ ਲਿਆ, ਫੜ ਕੇ ਰਾਜੇ ਦੇ ਪੇਸ਼ ਕੀਤਾ। ਇਸ ਨੇ ਹੁਕਮਾਦੂਲੀ ਕੀਤੀ ਏ, ਸੂਲੀ ਚਾੜਨੇ ਦੇ ਯੋਗ ਹੈ। ਪੁੱਛਣਾ ਕੀਤਾ, ਹੈ ਕੋਈ ਤੇਰਾ ਸੰਬੰਧੀ ਜਿਸ ਨੂੰ ਮਿਲਣਾ ਚਾਹੁੰਦਾ ਹੈ? ਦੱਸਿਆ ਜੀ ਮਾਤਾ ਪਿਤਾ ਨੇ। ਉਹਨਾਂ ਨੂੰ ਬੁਲਾਇਆ ਗਿਆ, ਇਸ ਦੀ ਰਖਵਾਲੀ ਕਰ ਸਕਦੇ ਹੋ? ਕਹਿਣ ਲੱਗੇ ਜੀ ਸਾਡਾ ਕਿਹੜਾ ਬਚਨ ਮੰਨਦਾ। ਘਰ ਵਾਲੀ ਨੂੰ ਬੁਲਾਇਆ, ਪੁੱਤਰ ਨੂੰ ਬੁਲਾਇਆ। ਘਰ ਵਾਲੀ ਕਹਿਣ ਲੱਗਾ ਮੇਰਾ ਕਿਹਦਾ ਘਰ ਵਾਲਾ ਹੈ, ਸਦਾ ਸੰਗਤ ਵਿੱਚ ਹੀ ਬੈਠਾ ਰਹਿੰਦਾ, ਸਾਡਾ ਕਿਹੜਾ ਖਿਆਲ ਰੱਖਦਾ। ਪੁੱਤਰ ਵੀ ਕਹਿਣ ਲੱਗਾ ਸਾਨੂੰ ਕਿਹੜੇ ਪਦਾਰਥ ਲਿਆ ਕੇ ਦਿੰਦਾ ਰਹਿੰਦਾ, ਤੇ ਸੰਗਤ ਵਿੱਚ ਹੀ ਹੈ, ਸੂਲੀ ਚਾੜੋ ਚਾਹੇ ਛੱਡ ਦਿਓ, ਸਾਨੂੰ ਕੋਈ ਸਰੋਕਾਰ ਨਹੀਂ। ਫਿਰ ਪੁੱਛਿਆ ਭਾਈ ਤੇਰਾ ਕੋਈ ਹੋਰ ਹੈ ਜਿਸ ਨੂੰ ਮਿਲਣਾ ਚਾਹੁੰਦਾ? ਦੱਸਿਆ ਜੀ ਸੰਤ ਮਾਧੋ ਦਾਸ ਜੀ ਨੇ। ਉਹਨਾਂ ਨੂੰ ਬੁਲਾਇਆ ਗਿਆ। ਕਹਿਣ ਲੱਗੇ ਸੰਤ ਜੀ ਕੀ ਲੱਗਦਾ ਤੁਹਾਡਾ? ਤੇ ਸੰਤ ਜੀ ਨੇ ਕਹਿਣਾ ਕੀਤਾ, ਜੀ ਭਾਵੇਂ ਸੰਗਤੀ ਸਮਝ ਲਓ, ਸਤ ਸੰਗੀ ਸਮਝ ਲਓ, ਪੁੱਤ ਸਮਝ ਲਓ, ਚਾਹੇ ਚੇਲਾ ਸਮਝ ਲਓ। ਰਾਜਾ ਕਹਿਣ ਲੱਗਾ ਜੀ ਸੂਲੀ ਚਾੜ ਕੇ ਮਾਰਨ ਲੱਗੇ ਆ, ਜੇ ਰਖਵਾਲੀ ਕਰ ਸਕਦੇ ਤੇ ਕਰ ਲਓ। ਤੇ ਮਾਧੋ ਦਾਸ ਜੀ ਕਹਿਣ ਲੱਗੇ ਮੈਂ ਕਾਹਦੀ ਰਖਵਾਲੀ ਕਰਨੀ ਹੈ, ਰਖਵਾਲੀ ਗੁਰੂ ਅਰਜਨ ਦੇਵ ਸਾਹਿਬ ਜੀ ਕਰਨਗੇ ਜਿਹੜੇ ਸਮਰੱਥ ਨੇ। ਤੇ ਸਾਧ ਸੰਗਤ ਜੀ ਜਦੋਂ ਸੂਲੀ ਤੇ ਚੜਾਇਆ ਨਾ, ਤੇ ਸੂਲੀ ਦੇ ਵਿੱਚੋਂ ਉਸੇ ਵੇਲੇ ਹਰੀਆਂ ਲਗਰਾਂ ਫੁੱਟ ਆਈਆਂ, ਸੂਲੀ ਹਰੀ ਭਰੀ ਹੋ ਗਈ। ਇਸ ਪ੍ਰਕਾਰ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਉਸੇ ਹੀ ਮਾਧੋ ਦਾਸ ਜੀ ਦੇ ਪ੍ਰਥਾਏ ਉਚਾਰਨ ਕੀਤਾ ਸੀ।
ਰਾਜਾ ਢਹਿ ਕਰਕੇ ਚਰਨੀ ਪੈ ਗਿਆ, ਜੀ ਤੁਸੀਂ ਤੇ ਕੋਈ ਆਲਮ ਫਾਜ਼ਲ ਸੰਤ ਲੱਗਦੇ ਹੋ, ਬਖਸ਼ ਲੋ, ਕੋਈ ਸ਼ਰਾਪ ਦਾ ਬਚਨ ਨਾ ਕਰ ਦੇਣਾ। ਤੇ ਮਾਧੋ ਦਾਸ ਜੀ ਨੇ ਕਿਹਾ, ਮੈਂ ਕੌਣ ਹਾਂ ਬਖਸ਼ਣ ਵਾਲਾ? ਬਖਸ਼ਣ ਵਾਲੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ। ਫਿਰ ਰਾਜਾ ਸਮੇਤ ਰਾਣੀਆਂ, ਨੌਕਰਾਂ ਤੇ ਸ਼ਹਿਰ ਦੀ ਸੰਗਤ ਦੇ ਸਮੇਤ ਤਿਆਰ ਹੋਇਆ ਤੇ ਸ੍ਰੀਨਗਰ ਕਸ਼ਮੀਰ ਚੋਂ ਮਾਧੋ ਦਾਸ ਜੀ ਸਮੇਤ ਰਾਜੇ ਤੇ ਸੰਗਤ ਦੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਪੁੱਜੇ ਸਨ। ਤਾਂ ਗਰੀਬ ਨਿਵਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨਾ ਕੀਤਾ ਸੀ, ਇਸ ਪ੍ਰਕਾਰ ਸੂਕੇ ਹਰੇ ਕੀਏ ਖਿਨ ਮਾਹੇ। ਆਪਣੇ ਪਿਆਰੇ ਦੀ ਰਖਵਾਲੀ ਵਾਸਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁੱਕੀ ਸੂਲੀ ਨੂੰ ਤੁਰੰਤ ਹੀ ਹਰਿਆ ਕਰ ਦੇਣਾ ਕੀਤਾ ਹੈ। ਜਿਨ੍ਹਾਂ ਜਗਿਆਸੂਆਂ ਦੇ ਹਿਰਦੇ ਖੁਸ਼ਕ ਨੇ, ਪ੍ਰੇਮ ਵਿਹੂਣੇ ਨੇ, ਨਾਮ ਜਲ ਤੋਂ ਸਖਣੇ ਨੇ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਅੰਮ੍ਰਿਤ ਦ੍ਰਿਸ਼ਟੀ ਜਗਿਆਸੂਆਂ ਦੇ ਸਰੀਰ ਦੇ ਉੱਪਰ ਪਾਵਨਾ ਕੀਤੀ, ਜਿਸ ਦੇ ਨਾਲ ਨਾਮ ਜਲ ਨੂੰ ਹਿਰਦੇ ਦੇ ਅੰਦਰ ਸੰਚ ਦੇਣਾ ਕੀਤਾ ਹੈ। ਤੇ ਹਿਰਦੇ ਦੇ ਅੰਦਰ ਨਾਮ ਰੂਪੀ ਜਲ ਦੇ ਕਰਕੇ ਜੀਵਾਏ, ਤਿੰਨਾਂ ਨੂੰ ਸਦੀਵ ਕਾਲ ਦਾ ਸਦ ਜੀਵਨ ਦੇ ਦਿੱਤਾ ਹੈ, ਰੂਹਾਨੀਅਤ ਦਾ ਜੀਵਨ ਬਖਸ਼ ਦੇਣਾ ਕੀਤਾ ਹੈ। ਗਰੀਬ ਨਿਵਾਜ ਸਾਹਿਬ ਜੀ ਨੇ ਪਰਮ ਪਦਵੀ ਬਖਸ਼ ਦਿੱਤੀ। ਇਸ ਪ੍ਰਕਾਰ ਜਿਹੜੇ ਸੁੱਕੇ ਪ੍ਰੇਮ ਵਿਹੂਣੇ, ਨਾਮ ਵਿਹੂਣੇ, ਕੇਵਲ ਤਾਂ ਕੇਵਲ ਤਰਕਵਾਦੀ ਹਿਰਦੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਤਰਕਵਾਦੀਆਂ ਨੂੰ ਵੀ ਆਤਮ ਜੀਵਨ ਦੇ ਕਰਕੇ ਕਿਰਤਾਰਥ ਕਰਨਾ ਕੀਤਾ ਹੈ ਜੀ। ਕਾਟੇ ਕਸ਼ਟ ਪੂਰੇ ਗੁਰਦੇਵ। ਤੇ ਪੂਰੇ ਸਤਿਗੁਰੂ ਜੀ ਦਾ ਆਪਣੇ ਆ ਪਿਆਰਿਆਂ ਦੇ ਉੱਪਰ ਇਹ ਪਰ ਉਪਕਾਰ ਹੈ, ਜੋ ਆਪਣੇ ਗੁਰਸਿੱਖਾਂ ਦੇ ਆਦਿ ਵਿਆਧੀ ਤੇ ਉਪਾਧੀ ਦੇ ਸਾਰੇ ਹੀ ਕਸ਼ਟਾਂ ਨੂੰ ਕੱਟ ਦਿੰਦੇ ਨੇ। ਸਾਧ ਸੰਗਤ ਜੀ, ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਦੇ ਜਿਹੜੇ ਰੋਗ ਲੱਗਣੇ ਨੇ ਨਾ, ਇਹ ਆਦਿ ਰੋਗ ਕਹੇ ਜਾਂਦੇ ਨੇ। ਇਸੇ ਪ੍ਰਕਾਰ ਸਰੀਰ ਦੇ ਉੱਪਰ ਕੋਈ ਰੋਗ ਇਤਿਆਦਿਕ ਆ ਜਾਣਾ, ਇਸ ਨੂੰ ਵਿਆਧੀ ਆਖਿਆ ਜਾਂਦਾ ਹੈ। ਅਚਨਚੇਤ ਐਕਸੀਡੈਂਟ ਹੋ ਜਾਣਾ, ਲੜਾਈ ਹੋ ਜਾਣੀ, ਸੱਟ ਲੱਗ ਜਾਣੀ, ਅਚਾਨਕ ਵਿਪਤਾ ਪੈ ਜਾਣੀ, ਇਸ ਨੂੰ ਵਿਆਧੀ ਆਖਿਆ ਜਾਂਦਾ ਹੈ। ਤੇ ਹਜ਼ੂਰ ਫਰਮਾਵਨਾ ਕਰਦੇ ਨੇ, ਪੂਰੇ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਆਪਣੇ ਸੇਵਕਾਂ ਦੇ ਆਦਿ ਵਿਆਧੀ ਉਪਾਧੀ ਦੇ ਕਾਟੇ ਕਸ਼ਟ, ਜਿਹੜੇ ਕਸ਼ਟ ਸਨ ਉਹ ਕੱਟ ਦੇਣਾ ਕੀਤੇ ਪੂਰੇ ਗੁਰਦੇਵ ਜੀ ਨੇ। ਪ੍ਰਕਾਸ਼ ਸਰੂਪ ਸਤਿਗੁਰੂ ਜੀ ਨੇ, ਚੇਤਨ ਸਰੂਪ ਸਤਿਗੁਰੂ ਜੀ ਨੇ, ਪੂਜਨੀਕ ਵਾਹਿਗੁਰੂ ਜੀ ਦੇ ਸਰਗੁਣ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਇਹ ਸਿੱਖਾਂ ਨੂੰ ਦਾਤ ਬਖਸ਼ੀ ਹੈ, ਜੋ ਜੰਮਣ ਮਰਨ ਦੇ ਕਸ਼ਟ ਕੱਟ ਦਿੱਤੇ, ਜੋ ਮਾਤਾ ਦੀ ਗਰਭ ਅਵਸਥਾ ਦੇ ਕਸ਼ਟ ਕੱਟ ਦਿੱਤੇ, ਜੋ ਜੰਮਾਂ ਦੇ ਦੁੱਖ ਇਤਿਆਦਿਕ ਰੂਪੀ ਕਸ਼ਟ ਕੱਟ ਦਿੱਤੇ। ਪੂਰੇ ਗੁਰਦੇਵ ਜੀ ਦਾ ਇਹ ਪਰ ਉਪਕਾਰ ਹੈ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਇਹ ਪੁੰਨ ਹੀ ਕਰਨਾ ਕੀਤਾ ਹੈ ਆਪਣੇ ਗੁਰਸਿੱਖਾਂ ਦੇ ਉੱਪਰ। ਸੇਵਕ ਕਉ ਦੀਨੀ ਆਪਣੀ ਸੇਵ। ਤੇ ਫਿਰ ਵੱਡਾ ਭਾਰੀ ਪਰ ਉਪਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਇਹ ਕਰਨਾ ਕੀਤਾ, ਆਪਣੇ ਸੇਵਕਾਂ ਨੂੰ ਆਪਣੀ ਸੇਵਾ ਦੇ ਵਿੱਚ ਲਾ ਲਿਆ। ਸੇਵਕ ਸੇਵ ਕਰ ਰਹੇ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਹਜ਼ੂਰ ਆਪ ਜੀ ਦੀ ਸੇਵਾ ਉਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਸ਼ਬਦ ਦੇ ਵਿੱਚੋਂ ਸਾਧ ਆਇਆ। ਸਾਧ ਤੋਂ ਭਾਵ ਹੈ ਸਵਾਦ, ਸਵਾਦ ਤੋਂ ਭਾਵ ਹੈ ਰਸ, ਆਨੰਦ। ਮਹਾਰਾਜ ਜਿਨ੍ਹਾਂ ਨੂੰ ਆਪ ਜੀ ਦੇ ਗੁਰ ਸ਼ਬਦ ਦਾ ਅਭਿਆਸ ਕਰਦਿਆਂ ਰਸ ਆਇਆ ਹੈ, ਆਨੰਦ ਆਇਆ ਨਾ, ਉਹਨਾਂ ਨੇ ਸੇਵਾ ਦੇ ਲਾਹੇ ਲਏ ਨੇ। ਮਹਾਰਾਜ ਨਹੀਂ ਤੇ ਆਪ ਤੋਂ ਬਿਨਾਂ ਥੋੜਾ ਨਾ ਕੋਈ ਆਪ ਦੀ ਸੇਵਾ ਕਰ ਸਕਦਾ ਹੈ। ਤੇਰੀ ਸੇਵਾ ਤੁਝ ਤੇ ਹੋਵੈ ਅਵਰ ਨਾ ਦੂਜਾ ਕਰਤਾ। ਆਪ ਜੀ ਦੀ ਸੇਵਾ ਤੁਹਾਡੇ ਪਾਸੋਂ ਹੀ ਹੋ ਆਉਂਦੀ ਆ, ਕੋਈ ਦੂਜਾ ਨਹੀਂ ਕਰ ਸਕਿਆ। ਪਹਿਲੇ ਸਵਰੂਪ ਦੀ ਸੇਵਾ ਦੂਜੇ ਸਵਰੂਪ ਨੇ ਕੀਤੀ ਹੈ, ਤੇ ਦੂਸਰੇ ਸਵਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਮੁਕੰਮਲ ਰੂਪ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਹੈ। ਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਕੰਮਲ ਸੇਵਾ ਆਪ ਹੀ ਚੌਥਾ ਸਵਰੂਪ ਧਾਰਨ ਕਰਕੇ ਕੀਤੀ ਹੈ। ਤੇ ਚੌਥੇ ਸਵਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਹੁਕਮ ਮੰਨਣ ਰੂਪੀ ਸੇਵਾ ਆਪ ਹੀ ਵੀ ਪੰਜਵਾਂ ਰੂਪ ਹੋ ਕਰਕੇ ਕਰਨਾ ਕੀਤੀ ਹੈ। ਗਰੀਬ ਨਿਵਾਜ ਆਪ ਜੀ ਦੀ ਸੇਵਾ ਜੇ ਕਰਨੀ ਆ ਜਾਵੇ ਤੇ ਸਹਿਜ ਬੜੀ ਹੈ, ਜੇ ਮਨ ਨਾ ਲੱਗੇ ਤੇ ਫਿਰ ਦੁਸਤਰ ਬੜੀ ਹੈ। ਮਹਾਰਾਜ ਇਹ ਸਾਰੀਆਂ ਤਪੱਸਿਆ ਤੋਂ ਵੱਡੀ ਤਪੱਸਿਆ ਗੁਰ ਸੇਵਾ, ਤਪਾਂ ਸਿਰ ਤਪ ਸਾਰ। ਕੋਈ ਵੀ ਤਪੱਸਿਆ ਸਤਿਗੁਰੂ ਜੀ ਦੀ ਸੇਵਾ ਦੇ ਸਦਰਸ਼ ਨਹੀਂ ਪੁੱਜ ਸਕਦੀ। ਤੇ ਪਰਉਪਕਾਰੀ ਸਤਿਗੁਰੂ ਜੀ ਨੇ ਕਿਰਪਾਲਤਾ ਕਰਨਾ ਕੀਤੀ, ਸਾਨੂੰ ਨਿਕੰਮਿਆਂ ਨੂੰ ਵੀ ਆਪਣੀ ਸੇਵਾ ਦੇ ਵਿੱਚ ਲਾ ਕਰਕੇ ਆਪਣੇ ਸੇਵਾਦਾਰ ਬਣਾ ਲਿਆ। ਨਾਮਧਾਰੀ ਕੀ ਸਹੀ, ਸਤਿਗੁਰੂ ਜੀ ਦੇ ਸੇਵਾਦਾਰ ਤਾਂ ਹੋ ਗਏ ਨਾ। ਸੋ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਆਪਣੀ ਸੇਵਾ ਦੇ ਵਿੱਚ ਆਪਣੇ ਸੇਵਾਦਾਰਾਂ ਨੂੰ ਲਾ ਲੈਣਾ ਕੀਤਾ। ਇਹ ਸਤਿਗੁਰੂ ਜੀ ਦਾ ਵੱਡਾ ਭਾਰੀ ਪੁੰਨ ਹੈ ਜੀ। ਰਹਾਉ
ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ। ਮਿਟ ਗਈ ਚਿੰਤ ਪੁਨੀ ਮਨ ਆਸਾ। ਜਿਸ ਵੇਲੇ ਸਤਿਗੁਰੂ ਜੀ ਨੇ ਸੁੱਕੇ ਹੋਏ ਹਿਰਦੇ ਨੂੰ ਹਰਿਆ ਕਰ ਦਿੱਤਾ, ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਹਿਰਦੇ ਨੂੰ ਸਿੰਜ ਦਿੱਤਾ, ਕਾਮ ਕ੍ਰੋਧ ਅਥਵਾ ਆਦਿ ਵਿਆਧੀ ਉਪਾਧੀ ਦੇ ਕਸ਼ਟ ਕੱਟ ਦਿੱਤੇ, ਸੇਵਕ ਬਣਾ ਕਰਕੇ ਆਪਣੀ ਸੇਵਾ ਦੇ ਵਿੱਚ ਲਾ ਲਿਆ ਨਾ, ਤੇ ਫਿਰ ਮਿਟ ਗਈ ਚਿੰਤ। ਹਿਰਦੇ ਦੀਆਂ ਸਾਰੀਆਂ ਚਿੰਤਾਵਾਂ ਮਿਟ ਗਈਆਂ। ਹਿਰਦੇ ਦੇ ਅੰਦਰ ਕੋਈ ਫਿਕਰ ਨਹੀਂ ਰਹਿ ਗਿਆ, ਕੋਈ ਗਮ ਨਹੀਂ ਰਹਿ ਗਿਆ। ਪੁਨੀ ਮਨ ਆਸਾ, ਤੇ ਮਨ ਦੀਆਂ ਸਾਰੀਆਂ ਆਸਾਂ, ਸਾਰੀਆਂ ਮੁਰਾਦਾਂ, ਸਾਰੇ ਭਾਵ ਵੀ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਪੂਰੇ ਕਰ ਦਿੱਤੇ। ਐਸੀ ਕੋਈ ਦਾਤ ਨਹੀਂ ਜਿਹੜੀ ਸਤਿਗੁਰੂ ਜੀ ਵਾਸਤੇ ਗੁਰਸਿੱਖਾਂ ਨੂੰ ਅਦੇ ਹੋਵੇ ਤੇ ਵਸਤੂ ਨਾ ਬਖਸ਼ਣ, ਬਲਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਤਿਸ ਦੇ ਸਾਰੇ ਹੀ ਕਾਰਜ ਪੂਰੇ ਕਰ ਦਿੰਦੇ ਨੇ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਗੁਰੂ ਕਾ ਸਿੱਖ ਫਿਰ ਕਦੇ ਝੂਰਦਾ ਨਹੀਂ। ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ, ਆਸਾਂ ਅਤੇ ਮਨੋਰਥ ਸਾਰੇ ਹੀ ਤਿਸ ਦੇ ਪੂਰਨ ਸੰਪੰਨ ਹੋ ਜਾਂਦੇ ਹਨ ਜੀ। ਕਰੀ ਦਇਆ ਸਤਿਗੁਰ ਗੁਣ ਤਾਸਾ। ਸਤ ਗੋਰੇ ਰਾਰੇ ਨੂੰ ਸਿਹਾਰੀ ਹੈ। ਇਹ ਵੱਡੀ ਭਾਰੀ ਦਇਆ ਸਤਿਗੁਰੂ ਜੀ ਨੇ, ਜੋ ਸਤਿਗੁਰੂ ਜੀ ਗੁਣ ਤਾਸਾ, ਗੁਣਾਂ ਦੇ ਤਾਸਾ ਸਾਗਰ ਹਨ, ਗੁਣਾਂ ਦੇ ਖਜ਼ਾਨੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਇਹ ਦਇਆ ਆਪਣੇ ਦਾਸਾਂ ਦੇ ਉੱਪਰ ਕੀਤੀ ਹੈ, ਆਪਣੇ ਸੇਵਕਾਂ ਦੇ ਉੱਪਰ ਕੀਤੀ ਹੈ, ਜੋ ਨਾਮ ਦੀ ਦਾਤ ਬਖਸ਼ ਕਰਕੇ ਆਸਾ ਪੂਰੀਆਂ ਕਰ ਦਿੱਤੀਆਂ ਤੇ ਚਿੰਤਾਵਾਂ ਸਾਰੀਆਂ ਖਤਮ ਕਰ ਦਿੱਤੀਆਂ ਜੀ। ਦੁਖ ਨਾਠੇ ਸੁਖ ਆਏ ਸਮਾਏ। ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਮੁਖ ਜਗਿਆਸੂਆਂ ਦੇ ਉੱਪਰ ਐਸੀ ਹੋਈ, ਸਾਰੇ ਹੀ ਜਿਹੜੇ ਦੁੱਖ ਸਨ ਨਾਠੇ ਉਹ ਨਾਸੀ ਗਏ, ਉਹ ਦੌੜੀ ਗਏ। ਦੁੱਖ ਦਰਦ ਕੋਈ ਨੇੜੇ ਬਚਿਆ ਹੀ ਨਹੀਂ। ਸੁਖ ਆਏ ਸਮਾਏ, ਤੇ ਸਾਰੇ ਹੀ ਜਿਹੜੇ ਸਾਧ ਸੰਗਤ ਜੀ ਸੁਖ ਸਨ ਉਹ ਹਿਰਦੇ ਦੇ ਵਿੱਚ ਆ ਕਰਕੇ ਸਮਾ ਗਏ। ਇਸ ਪ੍ਰਕਾਰ ਜਿਸ ਵੇਲੇ ਦੁੱਖ ਨੱਠ ਗਏ ਤੇ ਜਿਹੜਾ ਹਿਰਦਾ ਸੀ ਸੁਖ ਸਰੂਪ ਨਾਮ ਦੇ ਅੰਦਰ ਜੁੜ ਗਿਆ। ਜਦੋਂ ਨਾਮ ਦੇ ਅੰਦਰ ਹਿਰਦਾ ਜੁੜਿਆ, ਸੁਖ ਆਏ ਸਮਾਏ, ਤੇ ਮਨ ਦੀ ਜਿਹੜੀ ਭਾਵਨਾ ਸੀ, ਮਨ ਦੀ ਇਕਾਗਰਤਾ ਸੀ, ਸਾਰੀ ਸੁਖ ਸਵਰੂਪ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਹੀ ਤਦਾਕਾਰ ਹੋ ਗਈ, ਨਾਮ ਦੇ ਅੰਦਰ ਹੀ ਸਮਾ ਗਈ। ਬਿਰਤੀ ਮਨ ਦੀ ਜਿਹੜੀ ਸੀ ਨਾਮ ਦੇ ਅੰਦਰ ਹੀ ਲੀਨ ਹੋ ਗਈ। ਢੀਲ ਨਾ ਪਰੀ ਜਾ ਗੁਰ ਫਰਮਾਏ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਏ, ਹੁਕਮ ਦਿੱਤਾ ਨਾ ਸੁੱਖਾਂ ਨੂੰ, ਤੇ ਸਾਧ ਸੰਗਤ ਜੀ ਫਿਰ ਸੁੱਖ ਮਿਲਣ ਲੱਗਿਆ। ਕਿਸੇ ਪ੍ਰਕਾਰ ਦੀ ਢੀਲ ਨਾ ਭਰੀ, ਕੋਈ ਢਿੱਲ ਨਹੀਂ ਪਈ। ਤੁਰੰਤ ਹੀ ਸਾਰੇ ਸੁੱਖ ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਸਾਰੀਆਂ ਰਿੱਧੀਆਂ ਨਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਹੋ ਗਈਆਂ। ਨਵ ਨਿੱਧੀ 18 ਸਿੱਧੀ ਪਿਛੈ ਲਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। 9 ਨਿੱਧੀਆਂ 18 ਸਿੱਧੀਆਂ ਹੱਥ ਜੋੜ ਕੇ ਚਰਨਾਂ ਵਿੱਚ ਖੜ ਜਾਂਦੀਆਂ ਨੇ, ਗੁਰੂ ਕੇ ਸਿੱਖਾਂ ਸਾਨੂੰ ਸੇਵਾ ਕਰਕੇ ਸਫਲੀਆਂ ਹੋ ਲੈਣ ਦੇ। ਇਸ ਪ੍ਰਕਾਰ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੱਖਾਂ ਨੂੰ ਹੁਕਮ ਫਰਮਾ ਦਿੱਤਾ ਤੇ ਸੁੱਖ ਪ੍ਰਾਪਤ ਹੁੰਦਿਆਂ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਪਈ। ਜਿਸ ਵੇਲੇ ਸਤਿਗੁਰੂ ਜੀ ਨੇ ਦੁੱਖਾਂ ਨੂੰ ਆਦੇਸ਼ ਦੇ ਦਿੱਤਾ, ਇਹ ਸਾਡਾ ਪਿਆਰਾ ਹੈ, ਨੇੜੇ ਨਹੀਂ ਆਉਣਾ, ਤੇ ਦੁੱਖ ਸਾਰੇ ਭੱਜ ਗਏ। ਦੁੱਖਾਂ ਨੂੰ ਭੱਜਦਿਆਂ ਕਿਸੇ ਪ੍ਰਕਾਰ ਕੋਈ ਢਿੱਲ ਨਹੀਂ ਪਈ, ਕੋਈ ਦੇਰ ਨਾ ਲੱਗੀ। ਇਛ ਪੁਨੀ ਪੂਰੇ ਗੁਰ ਮਿਲੇ। ਇਹ ਪਰਉਪਕਾਰ ਹੈ ਪੂਰੇ ਸਤਿਗੁਰੂ ਜੀ ਦਾ। ਜਿਸ ਵੇਲੇ ਪੂਰੇ ਸਤਿਗੁਰੂ ਜੀ ਗੁਰੂ ਰੂਪ ਦੇ ਵਿੱਚ ਮਿਲੇ, ਇਛ ਪੁਨੀ ਹਿਰਦੇ ਦੀ ਜਿਹੜੀ ਇੱਛਾ ਸੀ ਨਾ, ਉਹ ਸਾਰੀ ਪੂਰੀ ਹੋ ਗਈ। ਦੁਨੀਆ ਦੇ ਕਾਰਜਾਂ ਦੀ ਜਿਹੜੀ ਇੱਛਾ ਸੀ ਉਹ ਵੀ ਪੂਰੀ ਹੋ ਗਈ। ਕਾਰਜ ਆਪੇ ਪੂਰੇ ਸਤਿਗੁਰੂ ਜੀ ਨੇ ਕਰ ਦਿੱਤੇ। ਇਸੇ ਪ੍ਰਕਾਰ ਸਤਿਗੁਰੂ ਜੀ ਦੀ ਬੰਦਗੀ ਕਰਨੇ ਦੀ ਇੱਛਾ ਪੂਰੀ ਹੋ ਗਈ। ਸਤਿਗੁਰੂ ਜੀ ਦੀ ਬੰਦਗੀ ਦੁਆਰਾ ਮਨ ਨੂੰ ਸਹਿਜ ਅਵਸਥਾ ਪ੍ਰਾਪਤ ਕਰਨੇ ਦੀ ਇੱਛਾ ਪੂਰੀ ਹੋ ਗਈ। ਮਨ ਨਾਮ ਦੇ ਅੰਦਰ ਤਦਾਕਾਰ ਹੋ ਜਾਵੇ, ਇਹ ਵੀ ਇੱਛਾ ਪੂਰੀ ਹੋ ਗਈ। ਮਨ ਸੁਖ ਸਰੂਪ ਦੇ ਅੰਦਰ ਸਮਾ ਜਾਵੇ ਤੇ ਸਦੀਵ ਕਾਲ ਅਨੰਤ ਕਾਲ ਤੱਕ ਨਾਮ ਦਾ ਰਸ ਮਾਣੇ, ਇਹ ਇੱਛਾ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਪੂਰੀ ਹੋ ਗਈ। ਜਿਸ ਵੇਲੇ ਪੂਰੇ ਗੁਰ ਮਿਲੇ, ਪੂਰੇ ਗੁਰੂ ਜੀ ਗੁਰੂ ਰੂਪ ਵਿੱਚ ਮਿਲੇ, ਫਿਰ ਪੂਰੇ ਸਤਿਗੁਰੂ ਜੀ ਬਚਨ ਰੂਪ ਹੋ ਕਰਕੇ ਗੁਰਬਾਣੀ ਰੂਪ ਦੇ ਵਿੱਚ ਮਿਲੇ। ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਮਿਲੇ, ਸਰਵਣ ਮੰਨਣ ਤੇ ਨਿਧਿਆਸਨ ਕਰਨ ਵਾਸਤੇ ਮਿਲੇ, ਪ੍ਰਾਪਤ ਹੋਏ ਨਾ, ਤੇ ਸਤਿਗੁਰੂ ਜੀ ਦੇ ਉਪਦੇਸ਼ਾਂ ਦੀ ਬਖਸ਼ਿਸ਼ ਦੇ ਨਾਲ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਨਾਨਕ ਤੇ ਜਨ ਸੁਫਲ ਫਲੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਜੀ ਦੇ ਦਰ ਤੋਂ ਇਹ ਦਾਤ ਮਿਲ ਗਈ ਨਾ, ਤੇ ਜਨ ਉਹ ਸੇਵਕ ਸੁਫਲ ਸੁਫਲ
ਸਹਿਤ ਫਲਾਂ ਦੇ ਹੋਏ ਨੇ। ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਮਿਲਿਆ ਹੈ। ਧਰਮ ਫੁੱਲ ਫਲ ਗਿਆਨ, ਧਰਮ ਰੂਪੀ ਫੁੱਲਾਂ ਨੂੰ ਕਮਾਉਂਦੇ ਨੇ। ਕਹਿਣ ਤੋਂ ਭਾਵ ਸਦਾ ਧਰਮ ਦੇ ਵਿੱਚ ਪਰਪੱਕਤਾ ਧਾਰਨ ਕਰਦੇ ਨੇ। ਤੇ ਜਿਵੇਂ ਸਾਧ ਸੰਗਤ ਜੀ ਫੁੱਲ ਸੁਗੰਧੀ ਵੰਡਦੇ ਨੇ ਨਾ, ਇਸ ਪ੍ਰਕਾਰ ਧਰਮ ਦੀ ਸੁਗੰਧੀ ਦੇ ਨਾਲ ਜਗਤ ਸੰਸਾਰ ਨੂੰ ਸੁਗੰਧਿਤ ਕਰਦੇ ਨੇ, ਪ੍ਰਫੁੱਲਿਤ ਕਰਦੇ ਨੇ। ਇਸੇ ਪ੍ਰਕਾਰ ਬ੍ਰਹਮ ਗਿਆਨ ਰੂਪੀ ਫਲ ਦੇ ਨਾਲ ਉਹ ਫਲਦੇ ਨੇ। ਸੁਫਲ ਫਲੇ, ਜਿੱਥੇ ਬ੍ਰਹਮ ਗਿਆਨ ਰੂਪੀ ਸ੍ਰੇਸ਼ਟ ਫਲ ਦੇ ਨਾਲ ਆਪ ਫਲਦੇ ਨੇ, ਫਲੇ ਦੂਜਿਆਂ ਨੂੰ ਵੀ ਬ੍ਰਹਮ ਗਿਆਨ ਰੂਪੀ ਫਲ ਦੇ ਨਾਲ ਫਲੀਭੂਤ ਕਰਦੇ ਨੇ। ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਾ ਕਰਕੇ ਬ੍ਰਹਮ ਵਿਦਿਆ ਦੁਆਰਾ ਫਲੀਭੂਤ ਕਰਦੇ ਨੇ। ਇਸੇ ਪ੍ਰਕਾਰ ਆਪ ਬ੍ਰਹਮ ਗਿਆਨ ਦੇ ਰਸੀ ਹੋ ਕਰਕੇ ਰਸ ਮਾਣਦੇ ਨੇ ਤੇ ਦੂਸਰਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਜੋੜ ਕਰਕੇ ਨਾਮ ਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਦਿੰਦੇ ਨੇ। ਇਹ ਵੱਡਾ ਭਾਰੀ ਪਰ ਉਪਕਾਰ ਹੈ ਸਤਿਗੁਰੂ ਜੀ ਦਾ, ਜੋ ਸੁੱਕੇ ਹੋਏ ਹਿਰਦਿਆਂ ਨੂੰ ਹਰੇ ਕਰ ਦਿੰਦੇ ਨੇ। ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਹਿਰਦੇ ਨੂੰ ਸੰਚ ਦਿੰਦੇ ਨੇ। ਹਿਰਦੇ ਦੇ ਅੰਦਰ ਨਾਮ ਦੀ ਜੋਤ ਰੱਖ ਦਿੰਦੇ ਨੇ। ਧਰਮ ਦੀ ਪਰਪੱਕਤਾ ਤੇ ਗਿਆਨ ਰੂਪੀ ਬ੍ਰਹਮ ਗਿਆਨੀ ਰੂਪੀ ਫਲ ਦੀ ਪ੍ਰਾਪਤੀ ਕਰਵਾ ਦਿੰਦੇ ਨੇ। ਇਸ ਪ੍ਰਕਾਰ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਪੂਰੇ ਸਤਿਗੁਰੂ ਜੀ ਦੇ ਪਰ ਉਪਕਾਰ ਸਰਵਣ ਕਰਵਾਵਣਾ ਕੀਤੇ ਨੇ। ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮ ਕਿਰਪਾਲੂ ਜੀ ਕਿਰਪਾਲਤਾ ਕਰਨ। ਸਤਿਗੁਰੂ ਜੀ ਦੇ ਅੰਮ੍ਰਿਤਮਈ ਪ੍ਰਵਚਨ, ਪਰ ਉਪਕਾਰ ਰੂਪੀ ਬਚਨ, ਬਾਣੀ ਰੂਪੀ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਣ, ਜਿਸ ਦੇ ਨਾਲ ਸਾਡਾ ਪੜ੍ਹਿਆ ਸੁਣਿਆ ਕਥਨ ਕੀਤਾ ਸਫਲਾ ਹੋਏ ਥਾਂ ਪੈ ਜਾਵੇ। ਤਖਤਾਂ ਤੇ ਸੁਭਾਏਮਾਨ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਜੀ ਕਿਰਪਾਲਤਾ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾਲਤਾ ਕਰੋ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਮਤ ਬਖਸ਼ੋ ਜੀ। ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾਲਤਾ ਕਰਕੇ ਬਖਸ਼ ਲੈਣਾ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ। ਸੱਚੇ ਸਾਹਿਬ ਜੀ ਨਾਮ ਧਾਰੀ ਹੀ ਸਹੀ, ਆਪ ਜੀ ਦੇ ਸਿੱਖ ਹਾਂ, ਸ਼ਰਨ ਪਿਆਂ ਦੀ ਲੱਜਾ ਰੱਖ ਲੈਣਾ ਕਰੋ ਜੀ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਇਛ ਪੁੰਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरि, है पीहुवन हार। हे संतह कै सदा संग, निधारा आधार। हे ठाकुर हौ दासरो, मैं निर्गुण गुण नहीं कोई। नानक दीजै नाम दान, राखो हिय परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो सरदा कर सेव दे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह। गाज के जयकारा जावे, सो निहाल हो जावे। सत श्री अकाल।
ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਰਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।